गुरु जी की साजी नवाजी, गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां सतगुरु गुरबाणी गुरु विच उपदेश दे रहे, सतगुरां दी किरपा द्वारा ये आप विचार करते महाराज आपां नूं समझाउंदे इस संसार दे विच जो सानूं हुणे जीवन मिले है, मानस जामा, ये सब तो उत्तम सब तो श्रेष्ठ 84 लाख जून हुण इस जामे विच आपां नूं वडियाई दित्ती जांदी, क्योंकि सानूं सब तो वध ज्ञान महाराज कहंदे मानक हो प्रभ दी वडियाई, भी मानक नूं मानस जामे नूं वडियाई है। हुण इहदी वडियाई भी फेर ही है जे हुण असीं जिस मकसद वास्ते सानूं ये मानस जामा मिले है, असीं उस मकसद नूं समझ के उहनूं पूरा कर ले, फिर इहदी वडियाई। जे हुण असीं ओह पूरा नहीं करते उसदा मकसद, फिर महाराज कहंदे भी मानस जामा तां मिले है, पर मानस जामे विच हुंदे होए भी जे असीं जिस मालक ने साडी सिरजना की, जिन्हें सानूं पैदा किया, जो सानूं सवास दे के जिउंदा रख रिहा, साडी पालना पोषण करदा, जे असीं उहनूं जाणिआ नहीं, उहदे नाल मिलाप नहीं कीता, फिर सानूं कहंदे भी है तां उत्तम है, मानस जामा बड़े चिरां बाद मिले, पर ये मानस जामे विच हुंदे होए भी ये पशुआं वर्गे, पशुआं तो भी भैड़े ने, प्रेतां तो भी भैड़े ने। मारे फरमाउंदे चरण काल पाई दुर्लंभ दे, नाम बिहोनी होई खे, पशु प्रेत मुगत बुरी, किसे न बूझे जैने हो सिरी।
ਮਹਾਰਾਜ ਕਹਿੰਦੇ ਵੀ ਬੜੇ ਚਿਰਾਂ ਬਾਅਦ ਉੱਤਮ ਜਾਮਾ ਤਾਂ ਮਿਲ ਗਏ, ਉੱਤਮ ਦੇਹੀ ਮਿਲ ਗਈ, ਪਰ ਇਹਦੇ ਵਿੱਚ ਹੁੰਦੇ ਹੋਏ ਜੇ ਅਸੀਂ ਭਗਤੀ ਨਹੀਂ ਕਰਦੇ, ਸਿਮਰਨ ਨਹੀਂ ਕਰਦੇ, ਸਤਸੰਗਤ ਨਹੀਂ ਕਰਦੇ, ਫਿਰ ਮਹਾਰਾਜ ਕਹਿੰਦੇ ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਵੀ ਉਦੋਂ ਵੀ ਬੁਰੀ ਹੈ, ਉਦੋਂ ਵੀ ਭੈੜੀ ਹੈ। ਬਈ ਇਹ ਦੇਖਣ ਨੂੰ ਤਾਂ ਮਾਨਕ ਲੱਗਦੇ ਜਿਹੜੇ ਜੀਵ ਸਿਮਰਨ ਨਹੀਂ ਕਰਦੇ, ਪਰ ਹੈ ਇਹ ਪਸ਼ੂਆਂ ਵਰਗੇ, ਪਸ਼ੂਆਂ ਤੋਂ ਵੀ ਭੈੜੇ ਕਹਿ ਦਿੱਤਾ ਮਹਾਰਾਜ ਨੇ ਗੁਰਬਾਣੀ 'ਚ, ਵੀ ਉਦੋਂ ਵੀ ਭੈੜੇ ਨੇ। ਕਿਉਂਕਿ ਪਸ਼ੂਆਂ ਨੂੰ ਤਾਂ ਗਿਆਨ ਨਹੀਂ, ਉਹਨਾਂ ਨੂੰ ਸੋਝੀ ਨਹੀਂ ਹੈ, ਇਹਨਾਂ ਨੂੰ ਵਾਰੀ ਵੀ ਮਿਲੀ ਹੈ, ਉੱਤਮ ਜੀਵਨ ਵੀ ਮਿਲੇ ਹੈ, ਤੇ ਫਿਰ ਪਸ਼ੂਆਂ ਵਾਂਗੂ ਲੜਦੇ ਨੇ, ਪਸ਼ੂਆਂ ਵਾਂਗੂ ਵੈਰ ਵਿਰੋਧ ਕਰਦੇ ਨੇ, ਇੱਕ ਦੂਸਰੇ ਦੇ ਨਾਲ ਝਗੜੀ ਜਾਂਦੇ, ਲੜੀ ਜਾਂਦੇ, ਦੁੱਖ ਦਾ ਵੈਰ ਵਿਰੋਧ ਕਰੀ ਜਾਂਦੇ। ਸਾਧੂ ਕਹਿੰਦੇ ਵੀ ਤਾਂ ਉਦੋਂ ਵੀ ਭੈੜੇ ਹੋ ਗਏ, ਉਦੋਂ ਵੀ ਮੂਰਖ ਹੋ ਗਏ, ਉਦੋਂ ਵੀ ਕਮਲੇ ਹੋ ਗਏ। ਬਈ ਉਹ ਪਸ਼ੂ ਤਾਂ ਲੜਦੇ ਕਿਉਂਕਿ ਉਹਨਾਂ ਨੂੰ ਗਿਆਨ ਨਹੀਂ, ਉਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਵੀ ਤੁਸੀਂ ਲੜੋ ਨਾ, ਕਿਉਂਕਿ ਉਹਨਾਂ ਨੂੰ ਇੰਨਾ ਕੀ ਗਿਆਨ ਨਹੀਂ ਇੰਨਾ ਦਿੱਤਾ ਜ਼ਿਆਦਾ, ਤੇ ਆਪਾਂ ਨੂੰ ਤਾਂ ਸਭ ਤੋਂ ਵੱਧ ਗਿਆਨ ਦਿੱਤਾ, ਸਭ ਤੋਂ ਜ਼ਿਆਦਾ ਸੋਝੀ ਦਿੱਤੀ ਹੈ, ਤੇ ਜੇ ਅਸੀਂ ਵੀ ਫਿਰ ਉਹਨਾਂ ਨੂੰ ਲੜਦੇ ਹਾਂ ਤੇ ਫਿਰ ਤਾਂ ਮਹਾਰਾਜ ਕਹਿੰਦੇ ਉਦੋਂ ਵੀ ਭੈੜੇ ਨੇ। ਇਸ ਵਾਸਤੇ ਫਿਰ ਕਹਿੰਦੇ ਵੀ ਅਸੀਂ ਮਾਨਸ ਜਾਮੇ ਦਾ ਜੇ ਲਾਹਾ ਨਹੀਂ ਖੱਟਦੇ, ਨਹੀਂ ਅਸੀਂ ਭਗਤੀ ਕਰਦੇ, ਫਿਰ ਸਾਨੂੰ ਗੁਰਬਾਣੀ 'ਚ ਕਹਿੰਦੇ ਨੇ ਵੀ ਇਹ ਮੂਰਖ ਨੇ, ਕਮਲੇ ਨੇ, ਇਹ ਪਸ਼ੂ ਨੇ, ਇਹ ਪ੍ਰੀਤਾਂ ਵਰਗੇ ਨੇ। ਸੋ ਜੇ ਅਸੀਂ ਇਹਦੇ ਵਿੱਚ ਭਗਤੀ ਕਰਦੇ ਹਾਂ ਫਿਰ ਸਾਡੇ ਮਨ ਨੂੰ ਵਡਿਆਈ ਬਹੁਤ ਦਿੰਦੀ। ਫਿਰ ਕਹਿੰਦੇ ਨੇ ਵੀ ਇਹ ਮੇਰੇ ਗੁਰਸਿੱਖ ਨੇ, ਇਹ ਮੇਰੇ ਸੰਤ, ਇਹ ਮੇਰੇ ਸਾਧੂ ਹੈ, ਇਹ ਮੇਰਾ ਭਗਤ ਹੈ, ਇਹ ਮੇਰਾ ਬ੍ਰਹਮ ਗਿਆਨੀ ਹੈ, ਇਹ ਮੇਰਾ ਗੁਰਮੁਖ ਹੈ, ਇਹ ਮੇਰਾ ਗੁਰੂ ਹੈ, ਇਹ ਮੇਰਾ ਸਤਿਗੁਰੂ ਹੈ। ਫਿਰ ਸਾਨੂੰ ਇਹ ਨਾਮਾਂ ਦੇ ਨਾਲ ਵਡਿਆਈਆਂ ਦਿੰਦੇ। ਉਹ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਹੁਣ ਅਸੀਂ ਜਿਸ ਮਕਸਦ ਵਾਸਤੇ ਸਾਨੂੰ ਇਹ ਜੀਵਨ ਮਿਲੇ ਹੈ, ਮਾਨਸ ਜਾਮਾ ਮਿਲਿਆ, ਇਸ ਨੂੰ ਅਸੀਂ ਸਮਝ ਕੇ ਇਸ ਨੂੰ ਅਸੀਂ ਪੂਰਾ ਕਰਨਾ। ਤੇ ਸਾਨੂੰ ਹੁਣ ਵਾਰੀ ਮਿਲੀ ਪਰਮਾਤਮਾ ਨੂੰ, ਨਿਰੰਕਾਰ ਨੂੰ ਮਿਲਣ ਵਾਸਤੇ। ਸਤਿਗੁਰੂ ਰੋਜ਼ ਫਰਮਾਉਂਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀਏ ਤੇਰੀ ਵਰੀਆ। ਇਹ ਗੋਬਿੰਦ ਨੂੰ, ਵਾਹਿਗੁਰੂ ਨੂੰ ਮਿਲਣ ਦੀ ਹੋਣੀ ਤੇਰੇ ਕੋਲ ਵਾਰੀ ਹੈ, ਹੋਣੀ ਤੇਰੇ ਕੋਲ ਮੌਕਾ, ਹੋਣੀ ਤੇਰੇ ਕੋਲ ਸਮਾਂ ਹੈ। ਹੁਣ ਜੇ ਤੂੰ ਇਹ ਵਾਰੀ ਲੰਘਾ ਲਈ ਤੇ ਫਿਰ ਪਤਾ ਨਹੀਂ ਕਦੋਂ ਵਾਰੀ ਮਿਲੇ, ਅੱਗੇ ਕਈਆਂ ਜੁਗਾਂ ਬਾਅਦ ਮਿਲੀ। ਔਰ ਇਸ ਵਾਸਤੇ ਆਪਾਂ ਨੂੰ ਕਹਿੰਦੇ ਵੀ ਬੜਾ ਕੀਮਤੀ ਸਾਡੇ ਕੋਲ ਸਮਾਂ ਹੋਣੇ ਹੈ, ਬੜਾ ਕੀਮਤੀ ਸਾਨੂੰ ਜੀਵਨ ਮਿਲੇ ਹੈ। ਇਸ ਜੀਵਨ ਨੂੰ ਦੌਦਾ ਵੈਰ ਵਿਰੋਧ 'ਚ ਜਾ ਕੇ ਇਹਨੂੰ ਬਰਬਾਦ ਨਾ ਕਰ, ਕਿਸੇ ਦੀ ਨਿੰਦਿਆ ਕਰਕੇ, ਲੜਾਈਆਂ ਝਗੜੇ ਕਰਕੇ ਇਹਨੂੰ ਵਿਅਰਥ ਨਾ ਖਰਾਬ। ਇਸ ਜੀਵਨ ਦਾ ਮਕਸਦ ਹੈ ਪਰਮਾਤਮਾ ਨਿਰੰਕਾਰ ਦੇ ਨਾਲ ਮਿਲਾਪ ਕਰਨਾ, ਤੇ ਉਹ ਕਰਨਾ। ਇਸ ਲਈ ਫਿਰ ਜੇ ਅਸੀਂ ਹੁਣ ਮਿਲਾਪ ਨਹੀਂ ਕਰਾਂਗੇ ਫਿਰ ਤਾਂ ਸਾਡਾ ਜੀਵਨ ਵਿਅਰਥ ਹੀ ਚਲਾ ਜਾਣਾ। ਤਾਂਹੀਓ ਫਿਰ ਆਪਾਂ ਨੂੰ ਵਾਰ-ਵਾਰ ਸਮਝਾਉਂਦੇ ਵੀ ਜਿਹੜੇ ਕਾਰਜ ਵਾਸਤੇ ਤੁਸੀਂ ਇਹ ਸੰਸਾਰ 'ਚ ਆਏ ਹੋ, ਉਸ ਕਾਰਜ ਨੂੰ ਛੇਤੀ ਸਵਾਰ ਲਵੋ, ਸੀਗਰ ਕਾਰਜ ਲਿਓ ਸਵਾਰ। ਬਈ ਸੀਗਰ ਛੇਤੀ, ਕਿਉਂਕਿ ਸਮੇਂ ਦਾ ਪਤਾ ਕੋਈ ਨਹੀਂ ਕਦੋਂ ਮੁੱਕ ਜਾਣਾ, ਕਦੋਂ ਖਤਮ ਹੋ ਜਾਣਾ।
ਸਮਾਂ ਰੋਜ਼ ਦੀ ਰੋਜ਼ ਸਾਡਾ ਘਟ ਰਿਹਾ, ਦਿਨ ਪੈਰ ਘੜੀਆਂ ਸਮਾਂ ਤਾਂ ਬੀਤਦਾ ਹੀ ਜਾ ਰਿਹਾ, ਸਾਡੇ ਹੱਥੋਂ ਨਿਕਲਦਾ ਹੀ ਜਾ ਰਿਹਾ। ਜਿਹੜਾ ਸਮਾਂ ਜਿਹੜਾ ਸਵਾਸ ਅਸੀਂ ਲੈ ਲਿਆ ਉਹਨੇ ਮੁੜ ਕੇ ਤਾਂ ਵਾਪਸ ਆਉਣਾ, ਉਹ ਸਾਡਾ ਘਟ ਗਿਆ। ਇਹ ਮਹਾਰਾਜ ਕਹਿੰਦੇ ਸਮਾਂ ਘਟਦਾ ਜਾ ਰਿਹਾ, ਹੁਣ ਤੁਸੀਂ ਗੁਰੂ ਦੀ ਸ਼ਰਨ 'ਚ ਆ ਕੇ ਆਪਦਾ ਕਾਰਜ ਜਿਹੜਾ ਉਹ ਸ਼ੀਘਰ ਸਵਾਰ ਲਓ। ਪਰਮਾਉਂਦੇ ਔਧ ਘਟੇ ਦਿਨ ਸਰੈ ਨਾਰੀ ਮਨ, ਗੁਰ ਮਿਲ ਕਾਰਜ ਸਵਾਰੀ। ਹੁਣ ਅਸੀਂ ਜਦੋਂ ਗੁਰੂ ਦੀ ਸ਼ਰਨ 'ਚ ਆਉਂਦੇ ਹਾਂ ਫਿਰ ਸਾਨੂੰ ਸਤਿਗੁਰੂ ਸਾਰਾ ਭੇਦ ਦਿੰਦੇ ਵੀ ਅਸੀਂ ਕਿਹੜਾ ਕਾਰਜ ਜਿਹੜਾ ਸਵਾਰਨਾ, ਕਿਹੜਾ ਸਾਡਾ ਵਿਗੜਿਆ, ਕਿਵੇਂ ਅਸੀਂ ਸਵਾਰਨਾ, ਕਿਵੇਂ ਅਸੀਂ ਰੱਬ ਦੇ ਜੀਵਨ ਦਾ ਮਨੋਰਥ ਪੂਰਾ ਕਰਨਾ। ਇਸ ਵਾਸਤੇ ਫਿਰ ਆਪਾਂ ਸਤਸੰਗ 'ਚ ਆਉਂਦੇ ਹਾਂ, ਗੁਰੂ ਦੀ ਸ਼ਰਨ 'ਚ ਆਉਂਦੇ ਹਾਂ। ਆਓ ਹੁਣ ਜੋ ਅੱਜ ਦਾ ਦਿਹਾੜਾ ਹੈ ਕੱਤਕ ਮਹੀਨੇ ਦੀ ਸੰਗਰਾਂਦ ਦਾ, ਹੁਣ ਅੱਜ ਦੇ ਮਹੀਨੇ ਦੀ ਜੋ ਵਿਸ਼ੇਸ਼ਤਾ ਆਪਾਂ ਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਦੱਸ ਰਹੇ, ਆਪਾਂ ਸਾਰੇ ਹੀ ਅੱਜ ਦਾ ਦਿਹਾੜਾ ਜਿੰਨੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਸਾਰੇ ਹੀ ਆਪਾਂ ਮਨਾਉਂਦੇ ਹਾਂ। ਆਪਾਂ ਗੁਰੂ ਘਰ ਆਉਂਦੇ ਹਾਂ, ਆ ਕੇ ਸੇਵਾ ਕਰਦੇ ਹਾਂ। ਇਹ ਆਪਾਂ ਨੂੰ ਫਿਰ ਸਮਝਾਉਂਦੇ ਵੀ ਜਦੋਂ ਅਸੀਂ ਗੁਰੂ ਘਰ ਆਉਣਾ, ਸਾਨੂੰ ਜੋ ਸਤਿਗੁਰੂ ਉਪਦੇਸ਼ ਦੇ ਰਹੇ ਅਸੀਂ ਉਹ ਉਪਦੇਸ਼ ਨੂੰ ਵੀ ਸੁਣਨਾ, ਇਹ ਸੁਣ ਕੇ ਅਸੀਂ ਉਸ ਨੂੰ ਮੰਨਣਾ, ਤੇ ਜੋ ਸਾਨੂੰ ਸਮਝਾ ਰਹੇ ਜਿਸ ਮਕਸਦ ਵਾਸਤੇ ਅਸੀਂ ਆਏ ਹਾਂ ਉਹਨੂੰ ਅਸੀਂ ਪੂਰਾ ਕਰਨਾ। ਕੱਲਾ ਇਹ ਨਹੀਂ ਬਈ ਸੰਗਰਾਂਦ ਤੇ ਅਸੀਂ ਗੁਰਦੁਆਰੇ ਆਏ, ਆ ਕੇ ਮੱਥਾ ਟੇਕਿਆ, ਪ੍ਰਸ਼ਾਦ ਲਿਆ ਤੇ ਵਾਪਸ ਚਲੇ ਗਏ। ਸਿਰਫ ਇੰਨਾ ਹੀ ਕਾਫੀ ਨਹੀਂ ਹੈ, ਇੰਨੇ ਨਾਲ ਸਾਡਾ ਜੀਵਨ ਨਹੀਂ ਬਦਲਣ ਲੱਗਿਆ, ਇੰਨੇ ਨਾਲ ਸਾਡੇ ਜੀਵਨ 'ਚ ਕੋਈ ਤਬਦੀਲੀ ਵੀ ਨਹੀਂ ਆਉਣ ਲੱਗੀ। ਸਾਨੂੰ ਜਦ ਤੱਕ ਅਸੀਂ ਗੁਰੂ ਦੇ ਬਚਨ ਨਹੀਂ ਸੁਣਦੇ, ਮੰਨਦੇ ਨਹੀਂ, ਉਹਨਾਂ ਸਮਾਂ ਸਾਡੇ ਜੀਵਨ ਵਿੱਚ ਕੋਈ ਫਰਕ ਨਹੀਂ ਪੈਂਦਾ। ਆਓ ਹੁਣ ਜੋ ਮਹਾਰਾਜ ਆਪਾਂ ਨੂੰ ਫਰਮਾਉਂਦੇ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਕਾਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਕਾਤਕ ਦੇ ਮਹੀਨੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਬਈ ਕਿਸੇ ਹੋਰ ਨੂੰ ਅਸੀਂ ਦੋਸ਼ ਨਹੀਂ ਦੇ ਸਕਦੇ, ਦੋਸ਼ ਸਾਡੇ ਆਪਣੇ ਕਰਮਾਂ ਦਾ, ਸਾਡੇ ਮਰਨ ਦਾ। ਜਿਹੜਾ ਕਰਮ ਸਾਨੂੰ ਕਰਨ ਵਾਸਤੇ ਭੇਜਿਆ ਅਸੀਂ ਉਹ ਕਰਦੇ ਨਹੀਂ। ਕਰਮ ਕੀ ਕਰਨਾ, ਸਾਨੂੰ ਕਹਿੰਦੇ ਸਿਮਰਨ ਕਰੋ, ਰਾਮ ਸਿਮਰ, ਰਾਮ ਸਿਮਰ ਇਹ ਤੇਰੇ ਕਾਜ ਹੈ। ਇਹ ਸਾਡੇ ਮਨ ਦਾ ਕਰਮ ਹੈ, ਇਹ ਸਾਡੇ ਮਨ ਦਾ ਕਾਰਜ ਹੈ। ਹੁਣ ਜਦੋਂ ਅਸੀਂ ਇਹਦਾ ਕਰਮ ਕਰਦੇ ਨਹੀਂ, ਫਿਰ ਅਸੀਂ ਕੀ ਕਰਦੇ ਹਾਂ, ਅਸੀਂ ਅਵਰ ਕਾਜ ਕਰਨ ਲੱਗ ਜਾਂਦੇ। ਅਵਰ ਕਾਜ ਕੀ, ਅਸੀਂ ਸਿਮਰਨ ਛੱਡ ਕੇ ਕਿਸੇ ਦੀ ਨਿੰਦਿਆ ਕਰ ਲਈ, ਕਿਸੇ ਦੇ ਔਗਣ ਦੇਖ ਕੇ ਔਗਣ ਫਰੋਲਦੇ, ਔਗਣਾਂ ਦੀ ਸਾਂਝ ਪਾ ਲਈ, ਕਿਸੇ ਨਾਲ ਵੈਰ ਵਿਰੋਧ ਕਰ ਲਿਆ, ਈਰਖਾ ਨਫ਼ਰਤ ਖੜੀ ਕਰ ਲਈ, ਦੁਵਿਧਾ 'ਚ ਚਲੇ ਗਏ, ਹਉਮੈ ਹੰਕਾਰ ਵਿੱਚ ਚਲੇ ਗਏ। ਇਹ ਅਸੀਂ ਕਰਮ ਕਰਨਾ ਸ਼ੁਰੂ ਕਰ ਦਿੱਤਾ, ਇਹਨੂੰ ਅਵਰ ਕਾਜ ਕਹਿੰਦੇ। ਜਦੋਂ ਅਸੀਂ ਅਵਰ ਕਾਜ ਕਰਨੇ ਸ਼ੁਰੂ ਕਰ ਦਿੱਤੇ, ਫਿਰ ਅਸੀਂ ਕਹੀਏ ਵੀ ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸਾਡੇ ਮਨ ਨੂੰ ਸੁੱਖ ਨਹੀਂ ਮਿਲਦਾ, ਸਾਡੇ ਪਰਿਵਾਰਾਂ 'ਚ ਸੁੱਖ ਨਹੀਂ ਹੈ, ਸਾਡੇ ਪਰਿਵਾਰਾਂ 'ਚ ਸ਼ਾਂਤੀ ਨਹੀਂ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਮਨ ਬੜਾ ਅਸ਼ਾਂਤ ਹੈ। ਮਹਾਰਾਜ ਕਹਿੰਦੇ ਕਿਸੇ ਹੋਰ ਨੂੰ ਦੋਸ਼ ਨਾ ਦਿਓ। ਜੇ ਤੁਸੀਂ ਆਖੋਗੇ ਵੀ ਮੈਂ ਫਲਾਣੇ ਕਰਕੇ ਦੁਖੀ, ਜਾਂ ਅਸੀਂ ਕਿਸੇ ਪਰਿਵਾਰ ਦੇ ਮੈਂਬਰ ਨੂੰ ਆਖਾਂਗੇ ਵੀ ਅਸੀਂ ਇਹਨਾਂ ਕਰਕੇ ਦੁਖੀ ਹਾਂ,
ਅਸੀਂ ਦੋਸ਼ ਉਹਨਾਂ ਨੂੰ ਦੇਵਾਂਗੇ, ਕਿਸੇ ਹੋਰ ਨੂੰ ਦੋਸ਼ ਦੇਵਾਂਗੇ। ਸਤਿਗੁਰੂ ਕਹਿੰਦੇ ਕਿਸੇ ਹੋਰ ਦਾ ਨਹੀਂ ਦੋਸ਼, ਦੋਸ਼ ਤੁਹਾਡਾ ਆਪਣਾ ਹੈ। ਜਿਹੜਾ ਤੁਹਾਨੂੰ ਕਾਰਜ ਕਰਨ ਨੂੰ ਆਖਿਆ ਤੁਸੀਂ ਉਹ ਤਾਂ ਕੀਤਾ ਨਹੀਂ, ਨਾ ਤੁਸੀਂ ਉਹ ਕਰਦੇ ਹੋ। ਤੇ ਤੁਸੀਂ ਕਰਦੇ ਹੋ ਅਵਰ ਕਾਜ, ਤੇ ਦੁਖੀ ਤਾਂ ਤੁਸੀਂ ਹੋਣਾ ਹੀ ਹੋਇਆ। ਤੇ ਫਿਰ ਤੁਸੀਂ ਦੂਸਰੇ ਨੂੰ ਦੋਸ਼ ਦਿੰਦੇ ਹੋ। ਦੋਸ਼ ਕਿਸੇ ਹੋਰ ਦਾ ਨਹੀਂ, ਦੋਸ਼ ਤੁਹਾਡਾ ਆਪਣਾ, ਖੁਦ ਦਾ, ਤੁਹਾਡੇ ਮਨ ਦਾ ਦੋਸ਼। ਤਾਈਓਂ ਮਹਾਰਾਜ ਕਹਿੰਦੇ ਦਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮਾ ਆਪਣੇ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਹੋਰ ਕਿਸੇ ਨੂੰ ਦੋਸ਼ ਦੇਣਾ ਸਾਡਾ ਹੀ ਵਿਅਰਥ ਹੈ। ਦੋਸ਼ ਸਾਡਾ ਆਪਣਾ, ਸਾਡੇ ਮਨ ਦਾ। ਤਾਈਓਂ ਇਹਨੂੰ ਫਿਰ ਸਜ਼ਾ ਦਿੱਤੀ ਜਾਂਦੀ, ਤਾਈਓਂ ਇਹਨੂੰ ਵਾਪਸ ਭੇਜਿਆ ਜਾਂਦਾ, ਕਿਉਂਕਿ ਇਹਦਾ ਹੀ ਦੋਸ਼ ਹੁੰਦਾ, ਦੋਸ਼ ਇਹਦਾ ਹੀ ਮੰਨਿਆ ਜਾਂਦਾ, ਹੋਰ ਤਾਂ ਕਿਸੇ ਦਾ ਮੰਨਿਆ ਹੀ ਨਹੀਂ ਜਾਂਦਾ। ਨਾ ਹੀ ਅਸੀਂ ਕਿਸੇ ਨੂੰ ਕਹਿ ਸਕਦੇ ਹਾਂ, ਇਹ ਤਾਂ ਸਿਰਫ ਅਸੀਂ ਭਰਮ ਦੇ ਵਿੱਚ ਪਏ ਹੋਏ, ਅਸੀਂ ਕਿਸੇ ਹੋਰ ਨੂੰ, ਦੂਜਿਆਂ ਨੂੰ ਅਸੀਂ ਦੋਸ਼ ਦਿੰਦੇ। ਫਿਰ ਮਹਾਰਾਜ ਕਹਿੰਦੇ ਜਦੋਂ ਅਸੀਂ ਅਵਰ ਕਾਜ ਕਰਨ ਲੱਗ ਗਏ ਤੇ ਸਾਡਾ ਜਿਹੜਾ ਮਨ ਸੀ ਇਹ ਰੋਗੀ ਹੋ ਗਿਆ। ਘਾਤਕ ਕਰਮ ਕਮਾਵਣੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਪਰਮੇਸ਼ਰ ਨੂੰ ਭੁੱਲ ਗਏ, ਆਪਦਾ ਕਾਰਜ ਹੀ ਛੱਡ ਦਿੱਤਾ, ਤੇ ਸਾਰੇ ਰੋਗ ਚੁੰਬੜੇ ਆ ਕੇ ਮਨ ਨੂੰ ਐਸੇ ਰੋਗ ਚੁੰਬੜੇ ਜਿਹਦਾ ਇਸ ਸੰਸਾਰ ਦੇ ਵਿੱਚ ਕੋਈ ਦਾਰੂ ਨਹੀਂ ਹੈ। ਸੰਸਾਰੀ ਡਾਕਟਰ, ਸੰਸਾਰੀ ਵੈਦ, ਇਹ ਸਾਡੇ ਮਨ ਦਾ ਕੋਈ ਇਲਾਜ ਨਹੀਂ ਕਰ ਸਕਦੇ। ਉਹਨਾਂ ਨੂੰ ਤਾਂ ਇਹ ਵੀ ਨਹੀਂ ਪਤਾ ਵੀ ਸਾਡੇ ਮਨ ਨੂੰ ਰੋਗ ਕਿਹੜੇ ਲੱਗੇ, ਕਿਉਂਕਿ ਉਹ ਤਾਂ ਆਪ ਰੋਗੀ ਨੇ। ਜਿਵੇਂ ਮਹਾਰਾਜ ਕਹਿੰਦੇ ਵੀ ਜਿਹੜਾ ਵੈਦ ਹੈ, ਡਾਕਟਰ, ਉਹ ਕਹਿੰਦਾ ਵੀ ਮੈਂ ਬੜਾ ਭਲਾ, ਮੈਂ ਬੜਾ ਚੰਗਾ, ਮੇਰੇ ਕੋਲ ਐਸੀ ਦਾਰੂ ਹੈ, ਮੈਂ ਜੀਵ ਨੂੰ ਦਊਂਗਾ ਤੇ ਮੈਂ ਮਰਨ ਨਹੀਂ ਦਿੰਦਾ ਉਸ, ਮੈਂ ਉਹਦੇ ਰੋਗ ਸਾਰੇ ਠੀਕ ਕਰ ਦੂੰ। ਸਤਿਗੁਰੂ ਕਹਿੰਦੇ ਉਹਨੂੰ ਇਹ ਨਹੀਂ ਪਤਾ ਵੀ ਜਿਹੜਾ ਅਸਲ ਦਾਰੂ, ਅਸਲ ਰੋਗ ਮਨ ਨੂੰ ਲੱਗੇ, ਤੇ ਮਨ ਦਾ ਜਿਹੜਾ ਦਾਰੂ ਉਹ ਸਤਿਗੁਰ ਕੋਲ ਹੈ, ਕਿਸੇ ਹੋਰ ਬੰਦੇ ਕੋਲ ਨਹੀਂ। ਮਹਾਰਾਜ ਫਰਮਾਉਂਦੇ ਕਬੀਰ ਵੈਦ ਕਹੇ ਹੋਂ ਹੀ ਭਲਾ, ਦਾਰੂ ਮੇਰੇ ਵਸ ਇਹ ਤੋਂ ਵਸਤਕ ਬਾਲਕੀ ਜਦ ਭਾਵੇਂ ਲਿਖਸ। ਵੈਦ ਕਹਿੰਦਾ ਮੈਂਓ ਭਲਾ, ਮੈਂਓ ਚੰਗਾ, ਮੇਰੇ ਕੋਲ ਦਾਰੂ ਬੜੀ ਚੰਗੀ, ਮੈਂ ਜੀਵ ਨੂੰ ਐਸੀ ਦਾਰੂ ਦਊਂ ਸਾਰੇ ਰੋਗ ਹੀ ਖਤਮ ਕਰ ਦੂੰ ਉਹਦੇ। ਇਹ ਸਤਿਗੁਰੂ ਕਹਿੰਦੇ ਰੋਗ ਜਿਹੜੇ ਉਹ ਮਨ ਨੂੰ ਲੱਗੇ, ਤੇ ਮਨ ਕਰਕੇ ਉਹ ਵੈਦ ਵੀ ਰੋਗੀ। ਉਹਨੂੰ ਵੀ ਨਹੀਂ ਪਤਾ ਵੀ ਮਨ 'ਚ ਮੇਰਾ ਵੀ ਰੋਗੀ ਹੋਇਆ, ਉਹ ਸਰੀਰ ਦੀ ਗੱਲ ਕਰਦਾ, ਤਨ ਦੀ, ਤੇ ਸਤਿਗੁਰੂ ਮਨ ਦੀ ਗੱਲ ਕਰਦੇ। ਜਿਵੇਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਨੂੰ ਦੱਸਿਆ ਵੀ ਪਹਿਲਾਂ ਸਾਡਾ ਮਨ ਰੋਗੀ ਹੁੰਦਾ, ਫਿਰ ਉਹ ਤੋਂ ਬਾਅਦ ਦੇ ਵਿੱਚ ਤਨ ਦੇ ਵਿੱਚ ਰੋਗ ਆ ਕੇ ਪ੍ਰਵੇਸ਼ ਹੁੰਦੇ। ਮਨ ਨੂੰ ਕਿਉਂ ਰੋਗ ਲੱਗਦੇ? ਕਿਉਂਕਿ ਇੱਥੇ ਆ ਕੇ ਪਰਮਾਤਮਾ ਨੂੰ ਭੁੱਲ ਜਾਂਦਾ। ਇੱਥੇ ਜਿਹੜੇ ਕਾਰਜ ਵਾਸਤੇ ਇਹਨੂੰ ਭੇਜਿਆ ਉਹ ਕਾਰਜ ਨਹੀਂ ਕਰਦਾ, ਉਹ ਕਰਮ ਨਹੀਂ ਕਰਦਾ, ਉਹ ਕਰਮ ਛੱਡ ਜਾਂਦਾ, ਅਵਰ ਕਾਜ ਕਰਨੇ ਸ਼ੁਰੂ ਕਰ ਦਿੰਦਾ। ਫਿਰ ਇਹਨੂੰ ਐਸੇ ਰੋਗ ਲੱਗਦੇ ਜਿਹਦਾ ਫਿਰ ਇਹ ਵੈਦਾਂ ਕੋਲ ਕੋਈ ਇਲਾਜ ਹੀ ਨਹੀਂ ਹੈ। ਮਹਾਰਾਜ ਫਰਮਾਉਂਦੇ ਖਸਮ ਵਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਈ ਰੋਗ।
मन अंधे को मिले सजाई, वैद न भोले दारू लाए। मन अन्ना होया होया ਗਿਆਨੀ, ਇਹਨੂੰ ਸਜ਼ਾ ਮਿਲਦੀ ਤੇ ਵੈਦ ਇਹਨੂੰ ਕੋਈ ਦਾਰੂ ਨਹੀਂ ਲਾ ਸਕਦਾ। ਹੁਣ ਮਨ ਨੂੰ ਸਜ਼ਾ ਕੀ, ਜਦੋਂ ਇਹ ਦੁਖੀ ਹੁੰਦਾ ਇਹ ਮਨ ਨੂੰ ਸਜ਼ਾ ਹੀ ਲੱਗੀ ਹੋਈ। ਜਦੋਂ ਅਸੀਂ ਅਸ਼ਾਂਤ ਹਾਂ, ਸਾਡੇ ਅੰਦਰ ਕਾਲਾ ਕਲੇਸ਼, ਜਦੋਂ ਸਾਡੇ ਅੰਦਰ ਵੈਰ ਵਿਰੋਧ ਈਰਖਾ ਨਫ਼ਰਤ, ਇਹ ਸਾਨੂੰ ਸਜ਼ਾ ਹੀ ਲੱਗੀ ਹੋਈ, ਇਹ ਰੋਗ ਨਹੀਂ। ਇਸ ਲਈ ਮਹਾਰਾਜ ਕਹਿੰਦੇ ਜਿਹਨੂੰ ਵੀ ਦੇਖਦੇ ਹਾਂ ਉਹੀਓ ਮਨ ਰੋਗੀ ਨਜ਼ਰ ਆਉਂਦਾ, ਤੇ ਰੋਗ ਤੋਂ ਰਹਿਤ ਇੱਕ ਸਤਿਗੁਰੂ ਹੈ। ਰਮਾਉਂਦੇ ਜੋ ਜੋ ਦੀਸੇ, ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਸਤਿਗੁਰੂ ਰੋਗ ਜੋ ਰਹਿਤ, ਬਾਕੀ ਸਾਰੇ ਮਨ ਸੀ ਜਿਹੜੇ ਰੋਗੀ ਹੋ ਗਏ। ਰੋਗੀ ਮਨਮੁਖ ਜੰਮਦਾ, ਰੋਗੀ ਮਰ ਜਾਂਦਾ, ਤੇ ਰੋਗ ਉਹਦਾ ਹੀ ਜਾਂਦਾ ਹੀ ਨਹੀਂ, ਇਹ ਵਾਰ ਵਾਰ ਫਿਰ ਜੂਨਾ ਚਾਹੁੰਦਾ ਜਾਂਦਾ। ਸੋ ਆਪਾਂ ਨੂੰ ਫਿਰ ਗੁਰੂ ਨਾਨਕ ਦੇ ਘਰ ਨੇ ਦੱਸਿਆ ਬਈ ਇਹ ਰੋਗਾਂ ਦਾ ਜਿਹੜਾ ਦਾਰੂ ਹੈ ਉਹ ਨਾਮ ਹੈ। ਜੇ ਤੁਸੀਂ ਨਾਮ ਦੀ ਪ੍ਰਾਪਤੀ ਕਰ ਲਓ ਫਿਰ ਤੁਹਾਡੇ ਸਾਰੇ ਰੋਗ ਨੇ ਜਿਹੜੇ ਮਿਟ ਜਾਂਦੇ, ਤੁਹਾਡੇ ਰੋਗ ਜੜੋਂ ਪੁੱਟੇ ਜਾ ਸਕਦੇ, ਜੜੋਂ ਖਤਮ ਹੋ ਸਕਦੇ। ਜਿਨ੍ਹਾਂ ਗੁਰਮੁਖਾਂ ਨੇ ਫਿਰ ਹੋਰ ਆਪਾਂ ਛੱਡ ਕੇ, ਆਪਦੀ ਮੱਤ ਛੱਡ ਕੇ ਗੁਰੂ ਦੇ ਵਚਨ ਨੂੰ ਮੰਨਦੇ ਹੋਏ ਦਾਰੂ ਨਾਮ ਲੈ ਲਏ, ਉਹਨਾਂ ਦੇ ਮਨ ਦੇ ਸਾਰੇ ਜਿਹੜੇ ਰੋਗ ਸੀ ਉਹ ਠੀਕ ਹੋ ਗਏ ਤੇ ਮਨ ਸੁਖੀ ਹੋ ਗਿਆ, ਸੀਤਲ ਤੇ ਠੰਡਾ ਹੋ ਗਿਆ। ਰਮਾਉਂਦੇ ਅਵਰ ਭਾਵ ਸਭ ਤਿਆਗਿਆ, ਦਾਰੂ ਨਾਮ ਲਿਆ, ਰੋਗ ਸੋਗ ਸਭ ਤਾਪ ਮਿਟ ਗਏ, ਸੀਤਲ ਮਨ ਪਿਆ। ਇਹ ਜਿਹੜੇ ਮਨ ਨੂੰ ਰੋਗ ਸੋਗ ਤਾਪ ਚੜ੍ਹਿਆ ਸੀ, ਇਹਨੂੰ ਤੇਈਆ ਤ੍ਰੈ ਗੁਣਾਂ ਦਾ ਮਾਇਆ ਦਾ ਤਾਪ ਵੀ ਲੈ ਗਏ। ਜਿਹੜੇ ਇਹਨੂੰ ਰੋਗ ਲੱਗੇ ਸੀ ਇਹ ਸਾਰੇ ਰੋਗ ਵੀ ਖਤਮ ਹੋ ਗਏ ਤੇ ਮਨ ਠੰਡਾ ਹੋ ਗਿਆ, ਸੀਤਲ ਹੋ ਗਿਆ, ਸੁਖੀ ਹੋ ਗਏ। ਇਸ ਲਈ ਫਿਰ ਆਪਾਂ ਨੂੰ ਕਹਿੰਦੇ ਬਈ ਦਾਰੂ ਦੇਣ ਵਾਸਤੇ ਵੈਦ ਸਾਡੇ ਅੰਦਰ ਬੈਠੇ, ਨਿਜ ਘਰ ਨਿਜ ਮਹਿਲ ਦੇ ਵਿੱਚ। ਜਦੋਂ ਅਸੀਂ ਉਹਨਾਂ ਦੀ ਸ਼ਰਨ 'ਚ ਚਲੇ ਜਾਵਾਂਗੇ ਤੇ ਸਾਡੇ ਰੋਗ ਨੇ ਜਿਹੜੇ ਉਹ ਖਤਮ ਕਰ ਦੇਣਗੇ, ਸਤਿਗੁਰੂ ਸਾਨੂੰ ਦਾਰੂ ਦੇ ਦੇਣਗੇ। ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਕਿ ਸਾਡਾ ਵੈਦ ਹੈ ਉਹ ਗੋਬਿੰਦ ਮਾਲਕ, ਤੇ ਸਾਡੇ ਮੁਖ ਦੇ ਵਿੱਚ ਔਖਦ ਦਾਰੂ ਪਾਉਂਦੀ, ਤੇ ਉਹਦੇ ਨਾਲ ਸਾਡੇ ਜਿਹੜੇ ਰੋਗ ਸਾਰੇ ਮਿਟ ਜਾਂਦੇ, ਕੱਟੇ ਜਾਂਦੇ। ਹੁਣ ਇਹ ਦਾਰੂ ਅਸੀਂ ਫੇਰ ਹੀ ਲਵਾਂਗੇ ਜੇ ਸਾਨੂੰ ਗਿਆਨ ਹੋਏਗਾ, ਜੇ ਸਾਨੂੰ ਇਹਨਾਂ ਰੋਗਾਂ ਦਾ ਪਤਾ ਹੋਏਗਾ। ਜਦ ਤੱਕ ਅਸੀਂ ਸਤਸੰਗਤ ਨਹੀਂ ਕਰਦੇ, ਸਾਨੂੰ ਤਾਂ ਪਹਿਲਾਂ ਇਹੀ ਨਹੀਂ ਪਤਾ ਵੀ ਅਸੀਂ ਰੋਗੀ। ਸਰੀਰ ਦੇ ਰੋਗਾਂ ਦਾ ਤਾਂ ਸਾਨੂੰ ਪਤਾ, ਸਾਡਾ ਸਰੀਰ ਦਾ ਕੁਛ ਦੁਖੇ, ਕੋਈ ਸਾਨੂੰ ਤਕਲੀਫ ਹੋਵੇ, ਅਸੀਂ ਭੱਜ ਕੇ ਡਾਕਟਰਾਂ ਕੋਲ ਜਾਂਦੇ ਤੇ ਉਹਨੂੰ ਜਾ ਕੇ ਦੱਸਦੇ ਹਾਂ ਵੀ ਮੇਰੇ ਸਰੀਰ ਨੂੰ ਆਹ ਰੋਗ ਲੱਗ ਗਏ, ਮੇਰਾ ਆਹ ਦੁਖਦਾ, ਮੇਰੀ ਤਕਲੀਫ ਹੈ। ਹੁਣ ਮਨ ਦੇ ਰੋਗਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਬਈ ਸਾਡਾ ਮਨ ਵੀ ਰੋਗੀ ਹੋਇਆ ਬੈਠਾ। ਤੇ ਜੇ ਸਾਨੂੰ ਮਨ ਦੇ ਰੋਗਾਂ ਦਾ ਪਤਾ ਹੋਏਗਾ ਫੇਰ ਹੀ ਅਸੀਂ ਗੁਰੂ ਦੀ ਸ਼ਰਨ ਜਾਵਾਂਗੇ, ਫੇਰ ਹੀ ਅਸੀਂ ਸਤਿਗੁਰਾਂ ਪਾਸ ਜਾਵਾਂਗੇ। ਜਦ ਤੱਕ ਸਾਨੂੰ ਰੋਗਾਂ ਦਾ ਪਤਾ ਨਹੀਂ ਲੱਗਦਾ ਉਹਨਾਂ ਸਮਾਂ
ਅਸੀਂ ਅੰਤਰਮੁਖੀ ਹੁੰਦੇ ਹੀ ਨਹੀਂ, ਅਸੀਂ ਸਤਿਗੁਰਾਂ ਕੋਲ ਜਾਂਦੇ ਹੀ ਨਹੀਂ। ਕਿਉਂਕਿ ਰੋਗ ਤਾਂ ਲੱਗੇ ਹੀ ਲੱਗੇ, ਨਾਲ ਹਉਮੈ ਦਾ ਰੋਗ ਵੀ ਲੱਗਿਆ। ਹਉਮੈ ਦਾ ਰੋਗ ਲੱਗਿਆ ਕਰਕੇ ਜੀ ਉਹ ਮੰਨਦਾ ਨਹੀਂ ਵੀ ਮੈਂ ਰੋਗੀ ਹਾਂ। ਉਹਨੂੰ ਕਿਸੇ ਨੂੰ ਆਖੋ ਤੂੰ ਰੋਗੀ ਹੈ ਤੇ ਉਹ ਮਨ ਕਿੱਥੋਂ ਮੰਗ ਦਿੰਦਾ ਵੀ ਮੈਂ ਰੋਗੀ ਹਾਂ। ਉਹਦਾ ਕਹਿੰਦਾ ਮੇਰਾ ਸਰੀਰ ਬੜਾ ਠੀਕ ਠਾਕ ਹੈ, ਤੁਸੀਂ ਮੈਨੂੰ ਰੋਗੀ ਕਹਿੰਦੇ। ਉਹਨੂੰ ਇਹ ਨਹੀਂ ਪਤਾ ਵੀ ਮਨ ਰੋਗੀ ਹੈ। ਉਹ ਇਸ ਵਾਸਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਇਹ ਮਨ ਰੋਗੀਆਂ ਦੇ ਵਿੱਚ ਕਿਸੇ ਹੋਰ ਦਾ ਦੋਸ਼ ਨਹੀਂ, ਸਾਡਾ ਆਪਣਾ ਖੁਦ ਦਾ ਦੋਸ਼ ਹੈ, ਸਾਡੇ ਮਨ ਦਾ ਦੋਸ਼ ਹੈ। ਅੱਗੇ ਮਹਾਰਾਜ ਕਹਿੰਦੇ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਹੁਣ ਜੇ ਅਸੀਂ ਪਰਮਾਤਮਾ ਤੋਂ ਬੇਮੁਖੀ ਹੋਏ ਰਹੇ, ਰਾਮ ਤੋਂ ਵਾਹਿਗੁਰੂ ਤੋਂ, ਤੇ ਸਾਨੂੰ ਫਿਰ ਇਹ ਵਿਜੋਗ ਜਿਹੜਾ ਵਿਛੋੜਾ ਇਹ ਸਾਡਾ ਪਿਆ ਹੀ ਰਹਿਣਾ, ਅਸੀਂ ਫਿਰ ਜੰਮਣ ਮਰਨ 'ਚ ਪਏ ਰਹਿਣਾ। ਕਿਉਂਕਿ ਹੁਣ ਹੀ ਸਾਨੂੰ ਵਾਰੀ, ਹੁਣ ਹੀ ਸਾਨੂੰ ਮੌਕਾ ਮਿਲਿਆ ਵੀ ਅਸੀਂ ਰਾਮ ਦੇ ਵਾਹਿਗੁਰੂ ਦੇ ਸਨਮੁਖ ਹੋ ਜਾਈਏ। ਸਨਮੁਖ ਦਾ ਭਾਵ ਹੁੰਦਾ ਵੀ ਉਹਦੇ ਸਾਹਮਣੇ, ਮਾਲਕ ਦੇ ਆਮੋ ਸਾਹਮਣੇ ਹੋ ਜਾਣਾ, ਵੀ ਉਧਰੋਂ ਪਰਮਾਤਮਾ ਸਾਨੂੰ ਦੇਖ ਰਹੇ ਹੈ, ਅਸੀਂ ਪਰਮਾਤਮਾ ਨੂੰ ਦੇਖ ਰਹੇ ਹਾਂ। ਉਦੋਂ ਕਹਿੰਦੇ ਸਨਮੁਖ। ਜਿਵੇਂ ਆਪਾਂ ਗੁਰੂ ਘਰ ਆਉਂਦੇ ਹਾਂ, ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁਖ ਹੋ ਕੇ ਸਾਹਮਣੇ ਆ ਕੇ ਆਪਾਂ ਬੇਨਤੀ ਕਰਦੇ ਹਾਂ, ਅਰਦਾਸ ਕਰਦੇ ਹਾਂ, ਨਮਸਕਾਰ ਕਰਦੇ ਹਾਂ, ਇਹਨੂੰ ਕਹਿੰਦੇ ਸਨਮੁਖ, ਵੀ ਸਾਹਮਣੇ। ਤੇ ਜਦੋਂ ਅਸੀਂ ਪਰਮਾਤਮਾ ਨੂੰ ਦੇਖਦੇ ਨਹੀਂ, ਉਦੋਂ ਸਾਨੂੰ ਕਹਿੰਦੇ ਬੇਮੁਖ। ਇਹਨਾਂ ਨੇ ਪਰਮਾਤਮਾ ਵੱਲ ਪਿੱਠ ਕੀਤੀ ਹੋਈ। ਇਹ ਮਾਲਕ ਜੋ ਬੇਮੁਖ ਹੋਏ ਨੇ, ਇਹ ਸਨਮੁਖ। ਉਹ ਆਪਾਂ ਨੂੰ ਫਿਰ ਦੱਸਦੇ, ਕਹਿੰਦੇ ਕੌਣ ਸੋ ਸਨਮੁਖ, ਕੌਣ ਬੇਮੁਖੀ ਹੈ। ਬਈ ਸਨਮੁਖ ਕੌਣ ਹੈ ਤੇ ਬੇਮੁਖ ਕੌਣ ਹੈ। ਮਹਾਰਾਜ ਕਹਿੰਦੇ ਗੁਰਮੁਖ ਸਨਮੁਖ, ਮਨਮੁਖ ਬੇਮੁਖੀ ਆ। ਬਈ ਗੁਰਮੁਖ ਤਾਂ ਮਾਲਕ ਦੇ ਸਨਮੁਖ ਨੇ, ਪਰਮਾਤਮਾ ਨੂੰ ਸਾਹਮਣੇ ਦੇਖਦੇ, ਅੰਦਰ ਬਾਹਰ ਉਹਨਾਂ ਨੂੰ ਨਜ਼ਰ ਆਉਂਦਾ, ਦਰਸ਼ਨ ਕਰਦੇ। ਮਨਮੁਖ ਜਿਹੜਾ ਬੇਮੁਖ ਹੋਇਆ, ਨਾ ਉਹਨੂੰ ਅੰਦਰ ਪਰਮਾਤਮਾ ਦਿਸੇ, ਨਾ ਉਹਨੂੰ ਬਾਹਰ ਦਿਸੇ। ਉਦੋਂ ਕਹਿੰਦੇ ਵੀ ਇਹ ਬੇਮੁਖ ਹੋਈ। ਸਤਿਗੁਰੂ ਕਹਿੰਦੇ ਜੇ ਹੁਣ ਵੀ ਅਸੀਂ ਬੇਮੁਖ ਹੀ ਰਹੇ, ਪਰਮਾਤਮਾ ਦੇ ਸਨਮੁਖ ਨਾ ਹੋਏ, ਤੇ ਸਾਡਾ ਫਿਰ ਇਹ ਜਨਮ ਮਰਨ ਦਾ ਚੱਕਰ, ਇਹ ਗੇੜ ਸਾਡਾ ਮੁੱਕਣਾ ਨਹੀਂ ਹੈ। ਇਹ ਸਾਨੂੰ ਪਿਆ ਹੀ ਰਹਿਣਾ, ਕਿਉਂਕਿ ਹੁਣ ਹੀ ਤਾਂ ਅਸੀਂ ਸਨਮੁਖ ਹੋ ਸਕਦੇ। ਮਾਨਸ ਜਾਮੇ ਵਿੱਚ ਹੀ ਤਾਂ ਇਹ ਆਪਾਂ ਨੂੰ ਵਾਰੀ ਮੌਕਾ ਦਿੱਤਾ ਜਾਂਦਾ ਕਿ ਹੁਣ ਤੁਸੀਂ ਪਰਮਾਤਮਾ ਦੇ ਸਨਮੁਖ ਹੋ ਜਾਓ। ਜੇ ਅਸੀਂ ਭੁੱਲ ਚੁੱਕੇ ਹਾਂ, ਅਸੀਂ ਗੁਰੂ ਦੀ ਸ਼ਰਨ 'ਚ ਜਾ ਕੇ, ਗੁਰੂ ਸਾਨੂੰ ਪਰਮਾਤਮਾ ਦੇ ਸਨਮੁਖ ਕਰ ਦਿੰਦਾ। ਸਾਡੇ ਤੇ ਪਰਮਾਤਮਾ ਦੇ ਵਿੱਚ ਇਹ ਹਉਮੈ ਦਾ ਪਰਦਾ ਪਿਆ ਹੋਇਆ, ਭਰਮ ਦਾ ਪਰਦਾ ਪਿਆ। ਹਉਮੈ ਦਾ ਪਰਦਾ ਹੋਣ ਕਰਕੇ ਹੀ ਅਸੀਂ ਪਰਮਾਤਮਾ ਨੂੰ ਦੂਰ ਸਮਝੀ ਬੈਠੇ, ਕਿਉਂਕਿ ਉਹ ਸਾਨੂੰ ਜਦੋਂ ਦਿਸਦਾ ਨਹੀਂ ਤੇ ਅਸੀਂ ਸਮਝਦੇ ਪਤਾ ਨਹੀਂ ਕਿੱਡੀ ਕੁ ਦੂਰ ਹੈ। ਮਹਾਰਾਜ ਕਹਿੰਦੇ ਹਉ ਹਉ ਭੀਤ ਭਇਓ ਹੈ ਵਿੱਚੋਂ, ਸੁਨਤ ਦੇਸ ਨਿਗਟਾਇਓ, ਭਾਂਬੀ ਰੀਕੇ ਪਾਤ ਪਾਰ ਦੋ, ਬਿਨ ਪੇਖੇ ਦੂਰ ਆਇਓ। ਬਈ ਸਾਡੇ ਤੇ ਮਾਲਕ ਦੇ ਵਿੱਚ ਕਿੰਨਾ ਬਰੀਕ ਪੜਦਾ, ਵੀ ਜਿਵੇਂ ਕਾਗਜ਼ ਹੁੰਦਾ, ਕਾਗਜ਼ ਤੋਂ ਵੀ ਬਰੀਕ, ਜਿਵੇਂ ਉਹ ਭੰਬਟ ਹੁੰਦਾ ਉਹਦੇ ਫਰ ਉਹ ਜੋ ਵੀ ਬਰੀਕ ਹੈ, ਜਿਵੇਂ ਤਿਤਲੀ ਹੁੰਦੀ ਉਹਦੇ ਫਰ ਕਿੰਨੇ ਬਰੀਕ ਹੁੰਦੇ ਨੇ, ਉਹ ਜੋ ਵੀ ਬਰੀਕ ਪੜਦਾ ਸਾਡੇ ਤੇ ਮਾਲਕ ਦੇ ਵਿੱਚ ਪਿਆ ਸੂਖਮ। ਤੇ ਆਪਾਂ ਨੂੰ ਕਹਿੰਦੇ ਵੀ ਉਹ ਪੜਦਾ ਸਾਡਾ ਫਿਰ ਗੁਰੂ ਪਾਸੇ ਕਰ ਦਿੰਦਾ। ਜਿਵੇਂ ਆਪਣਾ ਇਹ ਕਈ ਵਾਰ ਇਹ ਜਿਹੜੀਆਂ ਅੱਖਾਂ ਨੇ, ਇਹਨਾਂ ਦੇ ਉੱਤੇ
कई बार जीव के अगे मोती आ जाते हैं, वो पड़दा आ जाता, उन्होंने दिसना बंद हो जाता, पिछों लाइट होंदी है, वो अगे पड़दा आ गई, वो डॉक्टरों को जाता तो वो पड़दे नूं चक देंदे ते उन्होंने फिर दिसन लग जाता, क्योंकि पिछों तो लाइट हैगी है, वो अगे पड़दा आया तां करके उन्होंने दींदा नहीं। वो जदों पड़दा उहदा चक देंदे तो उन्होंने फिर दिसन लग जाता। हुण इसे तरह ही साडे अंदर तो जोत हैगी है, पर अगे पड़दा आ गया। वो जदों फिर असीं गुरु पास जाते हैं, वो पंज प्यारे गुरु रूप वो साडा पड़दा पासे कर देंदे, चक देंदे। जदों पड़दा चक देंदे सानूं मालक दे सन्मुख कर देंदे। पहलां असीं बेमुख हुंदे, इहरों सानूं सन्मुख कर देंदे, जिहड़ा पड़दा सी वो पासे हटा देंदे। महाराज फरमाउंदे, होए किरपाल गुर लायो पार दो, मिलियो लाल मन हरिया। भी गुरु कृपालू होया, उन्हें पड़दा लाता। जदों पड़दा लाता तो सानूं सामने मालक दिसन लग गए भी आ। उदों कहंदे भी सन्मुख, जदों नहीं दिसदा उदों कहंदे बेमुख, फिर कहंदे सन्मुख। सो सतगुरु कहंदे भी बेमुख जे असीं रहे तो फिर सानूं जन्म मरण का वियोग जिहड़ा ये लगा ही रहना है। अगे महाराज कहंदे खिनवें कौड़े होए गए जितड़े माया भोग। हुण इधर संसार दे विच जीव माया दे रसां दे विच लगा होया, माया नूं मिठा करके मंदा, पर जदों दिता होया समा खत्म हुंदा है, सारी स्वाद कौड़ी हो जाती। महाराज कहंदे मिठा करके खाया कौड़ा उपजिया साध। पहलां तां माया बड़ी मिठी बड़ी प्यारी लगदी सी, ते जदों इहदा स्वाद बाद च आया तो वह बड़ा कौड़ा बड़ा कड़तन वाला। मनमुख नूं उदों पता लगदा जद तक दा समा हुंदा, उन्ना समा इन्हां नूं मिठा करके खाई जांदा। माया मिठी कर कर विख्या खाई, मिठी करके बिख जहर खाई जांदा, समझदा मिठी है। जदों दिता है समा खत्म हुंदा, वो सारी जिहड़े स्वाद जिन्हां नूं मिठा कहंदे सी, वो तो सारी कौड़ी हो गई। फिर पता लगदा भी ये तां बड़ा वड्डा धोखा हो गया, भी ये तां जिहड़ा काल ने फसाउण वास्ते सानूं ये विस गंदलां सी, माया सी जिहड़ी, वो साडे मन नूं फसाउण वास्ते वो रखी हुई सी। भी जिवें उपर उपर मिठा खंड है ते थल्ले अंदर जहर है, कड़चन है। जिवें शिकारी किसी जीव नूं फड़दा, जिवें कई जीव मच्छियां फड़दे नहर ते अपने कुंडियां लाई बैठे होंदे। हुण वो जदों कुंडी लाउंदे, कुंडी ते कोई वो आटा ला दिंदे जां कोई होर मास का टुकड़ा कुछ भी। हुण वो कुंडी जिहड़ी वो इस करके नहीं वो आटा लाउंदे जां मास लाउंदे भी वो मच्छी नूं खवाउणा चाहुंदे, उन्होंने फसाउणा चाहुंदे आ, तां करके लाया उन्होंने लालच देण वास्ते। हुण वो लालच च पई हुई वो आके जदों उहनूं फड़दी है तो वो कुंडी विच फस जांदी। सो इसे तरह ही साडे मन नूं फसाउण वास्ते इधर ही जाल विछाया होया काल ने, एक कुंडी लाई है विस गंदलां। जिस नूं महाराज कहंदे फरीदा ये विस गंदलां धरियां खंड लिवाड़। भी खंड नाल लपेट के उतों मिठा ते अंदर जहर। सो इसे तरह ही फिर माया दे जिहड़े भोग जी भोगदा,
ਇਹ ਫਿਰ ਜਦੋਂ ਇਹਨੂੰ ਸੋਝੀ ਆਉਂਦੀ, ਭੇਤ ਖੁੱਲ੍ਹਦਾ, ਉਦੋਂ ਪਤਾ ਲੱਗਦਾ ਵੀ ਇਹ ਸਾਰੀ ਕੜਤਣ ਹੀ ਹੈ। ਜਦ ਤੱਕ ਭੇਤ ਨਹੀਂ ਉਹਨਾਂ ਸਮਾਂ ਇਹ ਬਿੱਖ ਨੂੰ ਮਿੱਠਾ ਕਰ ਕਰਕੇ ਖਾਈ ਜਾਂਦਾ। ਅੱਗੇ ਮਹਾਰਾਜ ਕਹਿੰਦੇ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ਼। ਹੁਣ ਇਧਰ ਸੰਸਾਰ ਦੇ ਵਿੱਚ ਫਿਰ ਜਿਵੇਂ ਉਹ ਮੱਛੀ ਕੁੰਡੀ 'ਚ ਫਸ ਗਈ ਤੇ ਫਿਰ ਉਹ ਰੋਵੇ ਦਹਾਈ ਦੇਵੇ। ਉਹਦੇ ਵਿੱਚ ਹੁਣ ਹੋਰ ਕੋਈ ਉਹਨੂੰ ਛਡਾ ਨਹੀਂ ਸਕਦਾ, ਉਹਦੇ ਵਿੱਚ ਕੋਈ ਕੁਛ ਕਰ ਨਹੀਂ ਸਕਦਾ, ਕਿਉਂਕਿ ਫਸੀ ਤਾਂ ਉਹ ਆਪ ਹੀ ਹੈ। ਇਸੇ ਤਰ੍ਹਾਂ ਹੀ ਹੁਣ ਜੇ ਸਾਡਾ ਮਨ ਦੁਖੀ ਹੈ ਤੇ ਉਹ ਦੁੱਖ ਅਸੀਂ ਆਪ ਹੀ ਪੈਦਾ ਕੀਤੇ ਹੋਏ ਨੇ, ਕਿਸੇ ਹੋਰ ਨੇ ਨਹੀਂ ਸਾਨੂੰ ਦਿੱਤੇ। ਅਗਿਆਨਤਾ ਦੇ ਵਿੱਚ ਹੋਣ ਕਰਕੇ ਜੀਵ ਖੁਦ ਹੀ ਉਹ ਦੁੱਖ ਪੈਦਾ ਕਰ ਲੈਂਦਾ ਆਪ ਹੀ। ਸਾਨੂੰ ਕੋਈ ਹੋਰ ਨਹੀਂ ਦੁੱਖ ਦਿੰਦਾ। ਅਸੀਂ ਆਖੀਏ ਸਾਨੂੰ ਪਰਮਾਤਮਾ ਦੁੱਖ ਦਿੰਦਾ ਹੈ ਜਾਂ ਸਾਨੂੰ ਕੋਈ ਹੋਰ ਦੁਖੀ ਕਰਦਾ ਹੈ, ਦੁੱਖ ਅਸੀਂ ਖੁਦ ਹੀ ਪੈਦਾ ਕੀਤੇ ਹੋਏ ਨੇ, ਆਪ ਹੀ ਅਸੀਂ ਅਗਿਆਨਤਾ ਦੇ ਵਿੱਚ ਅਸੀਂ ਦੁਖੀ ਹੁੰਦੇ ਹਾਂ। ਜੇ ਅਸੀਂ ਗੁਰੂ ਦੀ ਮੱਤ ਲੈ ਲਈਏ, ਅਸੀਂ ਇਹ ਖੇਲ ਨੂੰ ਸਮਝ ਜੀਏ ਤੇ ਸਾਨੂੰ ਕੋਈ ਦੁੱਖ ਨਹੀਂ, ਕਿਉਂਕਿ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਇੱਕ ਖੇਲ ਹੈ ਜੋ ਮਾਲਕ ਨੇ ਚਲਾਇਆ ਤੇ ਚੱਲ ਰਿਹਾ ਹੈ। ਤੇ ਦੁੱਖ ਕਾਹਦੇ ਵਾਸਤੇ, ਦੁਖੀ ਕਾਹਦੇ ਲਈ ਹੋਣਾ? ਦੁਖੀ ਅਸੀਂ ਉਦੋਂ ਹੁੰਦੇ ਹਾਂ ਜਦੋਂ ਅਸੀਂ ਅਗਿਆਨਤਾ ਦੇ ਵਿੱਚ ਖੇਲ ਖੇਲਦੇ ਹਾਂ, ਫਿਰ ਅਸੀਂ ਦੁੱਖ ਆਪ ਹੀ ਪੈਦਾ ਕਰ ਲੈਂਦੇ ਹਾਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਜੇ ਜੀਵ ਦੁਖੀ ਹੈ ਤੇ ਕਿਸੇ ਅੱਗੇ ਅਸੀਂ ਆਪਦੇ ਦੁੱਖ ਦੱਸੀਏ ਵੀ ਤੇ ਉਹ ਸਾਡੇ ਦੁੱਖ ਦੂਰ ਨਹੀਂ ਕਰ ਸਕਦੇ। ਜਿਵੇਂ ਸੰਸਾਰ ਦੇ ਵਿੱਚ ਹੁਣ ਜੀਵ ਦੋ ਚਾਰ ਇਕੱਠੇ ਹੁੰਦੇ, ਇੱਕ ਆਪਦਾ ਦੁੱਖ ਦੱਸਦਾ ਤੇ ਦੂਜਾ ਵੀ ਦੱਸਦਾ ਵੀ ਮੈਂ ਵੀ ਦੁਖੀ, ਦੂਜਾ ਵੀ ਦੱਸਦਾ ਮੈਂ ਵੀ ਦੁਖੀ। ਹੁਣ ਉਹ ਦੋਵੇਂ ਹੀ ਇੱਕ ਦੂਸਰੇ ਨੂੰ ਦੱਸ ਰਹੇ ਤੇ ਦੁੱਖ ਉਹਨਾਂ 'ਚੋਂ ਕੋਈ ਕੱਟ ਤਾਂ ਸਕਦਾ ਨਹੀਂ ਕਿਸੇ ਦਾ ਵੀ, ਕਿਸੇ ਨੇ ਦੂਰ ਥੋੜ੍ਹੀ ਕਰ ਦੇਣਾ ਦੁੱਖ। ਦੁੱਖ ਸਾਡਾ ਕੱਟਿਆ ਜਾ ਸਕਦਾ ਜੇ ਅਸੀਂ ਮਾਲਕ ਅੱਗੇ ਪੁਕਾਰ ਕਰੀਏ, ਉਹ ਜੀਵ ਕਰਦਾ ਨਹੀਂ। ਜੇ ਹੁਣ ਅਸੀਂ ਕਿਸੇ ਨੂੰ ਹੋਰ ਦੁੱਖ ਦੱਸਣ ਦੀ ਬਜਾਏ ਜੇ ਅਸੀਂ ਮਾਲਕ ਦਾ ਸਿਮਰਨ ਕਰੀਏ, ਪਰਮਾਤਮਾ ਦਾ, ਅਸੀਂ ਉਹਨੂੰ ਆਪਦਾ ਦੁੱਖ ਦੱਸੀਏ ਤੇ ਉਹ ਸਾਡਾ ਦੁੱਖ ਕੱਟ ਵੀ ਸਕਦਾ। ਹੋਰ ਸੰਸਾਰੀ ਜੀਵ ਕਿਸੇ ਨੂੰ ਅਸੀਂ ਆਪਦਾ ਦੁੱਖ ਦੱਸੀਏ, ਉਹ ਸਾਡਾ ਥੋੜ੍ਹੀ ਦੁੱਖ ਕੱਟੇਗਾ, ਅਸੀਂ ਤਾਂ ਉਹਨੂੰ ਵੀ ਅੱਗੇ ਦੁਖੀ ਕਰ ਦਾਂਗੇ ਹੋਰ। ਇਸ ਲਈ ਮਹਾਰਾਜ ਕਹਿੰਦੇ ਦੁੱਖ ਤਿਸੀ ਪੈ ਆਖੀਏ ਸੁਖ ਜਿਸ ਪਾਸ, ਵੀ ਆਪਦਾ ਦੁੱਖ ਤਾਂ ਉਹਦੇ ਅੱਗੇ ਰੱਖੋ, ਉਹਨੂੰ ਦੱਸੋ ਵੀ ਜਿਹੜਾ ਆਪ ਸੁਖੀ ਹੋਵੇ। ਹੁਣ ਜਦੋਂ ਸਾਨੂੰ ਗਿਆਨ ਹੁੰਦਾ, ਆਪਾਂ ਗੁਰੂ ਦੀ ਮੱਤ ਦੁਆਰਾ ਦੇਖਦੇ ਹਾਂ ਵੀ ਸੁਖੀ ਕੌਣ ਹੈ, ਕਿਹਨੂੰ ਆਪਦਾ ਦੁੱਖ ਦੱਸੀਏ, ਤੇ ਸਾਨੂੰ ਇੱਥੇ ਸੁਖੀ ਕੋਈ ਦਿੰਦਾ ਹੀ ਨਹੀਂ। ਸੰਸਾਰ ਦੇ ਵਿੱਚ ਸਿਰਫ ਉਹੀ ਗੁਰਮੁਖ ਸੁਖੀ ਨੇ ਜਿਹੜੇ ਮਾਲਕ ਦੇ ਨਾਲ ਜੁੜੇ ਨੇ, ਨਾਮ ਦੇ ਨਾਲ ਜੁੜੇ ਨੇ, ਬਾਕੀ ਸਭ ਇੱਥੇ ਦੁਖੀ ਹੀ ਦੁਖੀ, ਕੋਈ ਇੱਥੇ ਸੁਖੀ ਨਹੀਂ। ਸਿਰਫ ਭਰਮ ਹੈ ਜੀਵ ਨੂੰ ਇੱਕ ਦੂਸਰੇ ਪਰਥਾਏ ਪਿਆ ਹੋਏ, ਵੀ ਜੀਵ ਸਮਝਦੇ ਬਈ ਮੈਂ ਦੁਖੀ ਹਾਂ, ਉਹ ਦੂਸਰਾ ਸੁਖੀ ਹੋਏਗਾ। ਕਿਸੇ ਕੋਲ ਧਨ ਦੌਲਤ ਜ਼ਿਆਦਾ ਹੈ ਵੀ ਉਹ ਬੜਾ ਸੁਖੀ ਹੋਏਗਾ, ਕਿਸੇ ਕੋਲ ਘਰ-ਬਾਰ ਦੁਨਿਆਵੀ ਸਹੂਲਤਾਂ ਜ਼ਿਆਦਾ ਨੇ ਵੀ ਇਹ ਬੜਾ ਸੁਖੀ ਹੈ। ਸੁਖੀ ਕੋਈ ਨਹੀਂ ਹੈ, ਉਹਦਾ ਮਨ ਬੜਾ ਦੁਖੀ ਹੈ, ਉਹਦਾ ਮਨ ਬੜਾ ਕਲਪਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਬਈ ਹੋਰ ਸੰਸਾਰ ਦੇ ਵਿੱਚ ਸਾਡਾ ਕੋਈ ਦੁੱਖ ਕੱਟ ਨਹੀਂ ਸਕਦਾ। ਕਿੰਨੇ ਅਸੀਂ ਆਪਦੇ ਦੋਸਤ ਮਿੱਤਰ ਬਣਾ ਲਈਏ, ਕਿੰਨਿਆਂ ਨੂੰ ਅਸੀਂ ਆਪਦਾ ਦੁੱਖ ਦੱਸੀਏ, ਕੌਣ ਕੱਟੇ ਕੋਈ ਮੈਨੂੰ। ਸਿਰਫ ਇੱਕ ਮਾਲਕ ਹੀ ਹੈ ਪ੍ਰੀਤਮ, ਜਦੋਂ ਅਸੀਂ ਉਹਨੂੰ ਆਪਦਾ ਮਿੱਤਰ ਬਣਾ ਲੈਂਦੇ ਉਹ ਸਾਡੇ ਸਾਰੇ ਦੁੱਖ ਕੱਟ ਦਿੰਦਾ। ਮਹਾਰਾਜ ਕਹਿੰਦੇ ਮਿੱਤਰ ਘਨੇਰੇ ਕਰ ਥੱਕੀ, ਮੇਰਾ ਦੁੱਖ ਕਾਟੇ ਕੋਈ, ਮੈਲ ਪ੍ਰੀਤਮ ਦੁੱਖ ਕੱਟਿਆ ਸ਼ਬਦ ਮਿਲਾਵਾ ਕੋਈ। ਜਦੋਂ ਪ੍ਰੀਤਮ ਮਾਲਕ ਨੂੰ ਮਿਲ ਪਏ ਤੇ ਫਿਰ ਸਾਰੇ ਜਿਹੜੇ ਦੁੱਖ ਸੀ ਮਨ ਨੂੰ ਲੱਗੇ ਹੋਏ ਉਹ ਸਾਰੇ ਦੁੱਖ ਕੱਟੇ ਗਏ।
ਫੇਰ ਮਾਰੇ ਕਹਿੰਦੇ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ। ਬਈ ਇਹਦੇ ਵਿੱਚ ਹੁਣ ਆਪਦਾ ਕੀਤਾ ਹੋਇਆ ਕੁਝ ਹੋ ਨਹੀਂ ਸਕਦਾ, ਕਿਉਂਕਿ ਧੁਰ ਤੋਂ ਹੀ ਚੀਜ਼ਾਂ ਦਾ ਸੰਜੋਗ ਲਿਖਿਆ ਜਾਂਦਾ। ਹੁਣ ਇਹ ਜਿਹੜਾ ਸਿਮਰਨ ਵੀ ਆਪਾਂ ਕਰਦੇ ਹਾਂ, ਜਿਹੜਾ ਨਾਮ ਜਪਦੇ ਹਾਂ, ਸਤਿਗੁਰੂ ਕਹਿੰਦੇ ਵੀ ਉਹੀਓ ਗੁਰਮੁਖ ਜਪਦੇ ਜਿਨ੍ਹਾਂ ਨੂੰ ਧੁਰੋਂ ਲੇਖ ਮਸਤਕ ਤੇ ਲਿਖੇ। ਮਹਾਰਾਜ ਕਹਿੰਦੇ ਹਰਿ ਕਾ ਨਾਮ ਗੁਰਮੁਖ ਕਹਿੰਦੇ ਵਿਰਲੇ ਤੇ ਆਇਆ, ਜਿਨ ਕੋ ਧੁਰ ਪ੍ਰਾਪਤ ਲਿਖਤ ਪਈ। ਜਿਨ੍ਹਾਂ ਨੂੰ ਧੁਰੋਂ ਹੀ ਲਿਖਤ ਵੀ ਉਹੀਓ ਤੇ ਆਉਂਦੇ, ਉਹੀਓ ਕਰਦੇ। ਇਸ ਵਾਸਤੇ ਫਿਰ ਜੇ ਕੋਈ ਨਹੀਂ ਵੀ ਕਰਦਾ ਤੇ ਆਪਾਂ ਇਹ ਨਹੀਂ ਵੀ ਕਿਸੇ ਦੇ ਔਗਣ ਦੇਖਣੇ, ਜਾਂ ਅਸੀਂ ਕਿਸੇ ਦੇ ਔਗਣ ਫਰੋਲਣੇ, ਜਾਂ ਅਸੀਂ ਇਹ ਕਹਿਣਾ ਬਈ ਅਸੀਂ ਇੰਨਾ ਕਰਦੇ ਹਾਂ ਜੀ, ਇਹ ਕਿਉਂ ਨਹੀਂ ਕਰਦੇ। ਉਹਦੇ ਵਿੱਚ ਉਹਦਾ ਵੀ ਕੋਈ ਦੋਸ਼ ਨਹੀਂ। ਜਿਵੇਂ ਆਪਾਂ ਨੂੰ ਮਾਲਕ ਨੇ ਲਾਇਆ ਤੇ ਜੇ ਕਦੇ ਕਿਰਪਾ ਹੋਈ ਤੇ ਮਾਲਕ ਉਹਨੂੰ ਵੀ ਲਾ ਲਵੇ। ਉਹਦੀ ਮੌਜ ਹੈ, ਉਹਦੀ ਖੁਸ਼ੀ ਹੈ। ਇਹਦੇ ਤੇ ਉਹ ਕਦੋਂ ਖੁਸ਼ ਹੁੰਦਾ, ਕਦੋਂ ਪ੍ਰਸੰਨ ਹੁੰਦੇ, ਇਹ ਮਾਲਕ ਆਪ ਹੀ ਜਾਣਦਾ। ਉਹ ਕੋਈ ਸਾਡੇ ਵਾਂਗੂ ਥੋੜ੍ਹੀ ਵੀ ਕਿਸੇ ਦੇ ਔਗਣ ਦੇਖਦਾ, ਕਿਸੇ ਦੇ ਔਗਣ ਨਹੀਂ ਦੇਖਦਾ, ਕਿਸੇ ਦੇ ਔਗਣ ਚਿਤਾਰਦਾ ਨਹੀਂ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਅੱਗੇ ਬੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਯੋਗ। ਬਈ ਉਹ ਵੱਡੇ ਭਾਗਾਂ ਵਾਲੇ ਜਿਨ੍ਹਾਂ ਦਾ ਪਰਮਾਤਮਾ ਪ੍ਰਭੂ ਦੇ ਨਾਲ ਮਿਲਾਪ ਹੋ ਗਿਆ, ਉਹਨਾਂ ਦਾ ਜਿਹੜਾ ਫਿਰ ਇਹ ਸਾਰਾ ਵਿਜੋਗ ਵਿਛੋੜੇ ਦਾ ਦੁੱਖ ਜੋ ਇਹ ਲੱਗਾ ਸੀ, ਉਹ ਸਾਰਾ ਇਹਨਾਂ ਦਾ ਦੁੱਖ ਖਤਮ ਹੋ ਗਿਆ। ਦੁੱਖ ਸਾਡੇ ਮਨ ਨੂੰ ਅਸਲ 'ਚ ਸਭ ਤੋਂ ਵੱਡਾ ਇਹੀ ਹੈ ਜਿਹੜਾ ਮਾਲਕ ਨਾਲੋਂ ਸਾਡਾ ਵਿਛੋੜਾ ਪਿਆ ਪਰਮਾਤਮਾ ਜੀ ਨਾਲ। ਜਿਸ ਨੂੰ ਮਹਾਰਾਜ ਕਹਿੰਦੇ ਦੁੱਖ ਵਿਛੋੜਾ। ਵੀ ਦੁੱਖ ਕੀ ਹੈ? ਮਾਲਕ ਦੇ ਨਾਲੋਂ ਸਾਡਾ ਵਿਛੋੜਾ, ਇਹ ਦੁੱਖ। ਤੇ ਆਮ ਜੀਵ ਨੂੰ ਇਹ ਪਤਾ ਨਹੀਂ ਵੀ ਮੈਨੂੰ ਦੁੱਖ ਹੈ, ਪਰਮਾਤਮਾ ਨੂੰ ਮੈਂ ਵਿਛੜਿਆ ਤਾਂ ਮੈਂ ਦੁਖੀ। ਸੋ ਇਹ ਫਿਰ ਸਾਨੂੰ ਭੇਤ ਆਉਂਦਾ ਜਦੋਂ ਅਸੀਂ ਸਤਸੰਗਤ ਕਰਦੇ ਹਾਂ, ਫਿਰ ਪਤਾ ਲੱਗਦਾ ਵੀ ਅਸਲ ਦੇ ਵਿੱਚ ਤਾਂ ਸਾਨੂੰ ਆਹ ਦੁੱਖ ਹੈ। ਭਾਵੇਂ ਅਸੀਂ ਅਸ਼ਾਂਤ ਹਾਂ, ਤਾਂਹੀਓ ਸਾਡਾ ਮਨ ਦੁਖੀ ਹੋ ਰਿਹਾ, ਕਿਉਂਕਿ ਅਸੀਂ ਵਿਛੜ ਚੁੱਕੇ ਹਾਂ ਪਰਮਾਤਮਾ 'ਚ। ਜੇ ਸਾਡਾ ਮਿਲਾਪ ਹੋ ਜੇ ਤੇ ਸਾਡੇ ਸਾਰੇ ਦੁੱਖ ਖਤਮ ਹੋ ਜਾਣ। ਵਿਛੋੜਾ ਹੀ ਦੁੱਖ ਹੈ, ਤੇ ਜਦੋਂ ਮਿਲਾਪ ਹੋ ਗਿਆ ਤੇ ਵੀ ਉਹ ਖਤਮ ਹੋ ਗਿਆ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਸੰਸਾਰ ਦੇ ਵਿੱਚ ਜੀਵ ਸੁੱਖ ਵਾਸਤੇ ਤਾਂ ਬਹੁਤ ਸਾਧਨ ਕਰਦਾ, ਪਰ ਜਿਹੜਾ ਮਨ ਨੂੰ ਦੁੱਖ ਲੱਗਿਆ ਇਹ ਵਿਛੋੜੇ ਦਾ, ਇਹਦੇ ਵਾਸਤੇ ਉਦਮ ਨਹੀਂ ਕਰਦਾ, ਇਹਦੇ ਵਾਸਤੇ ਕੁਝ ਕਰਦਾ ਨਹੀਂ। ਸਤਿਗੁਰੂ ਕਹਿੰਦੇ ਯਤਨ ਬਹੁਤ ਸੁਖ ਕੀ ਕੀਏ, ਦੁੱਖ ਕੋ ਕੀਓ ਨਾ ਕੋਈ। ਸੁੱਖਾਂ ਵਾਸਤੇ ਬੜੇ ਯਤਨ ਕੀਤੇ, ਬੜਾ ਹੋਰ ਇੱਧਰ ਉੱਧਰ ਭੱਜੇ, ਪਰ ਜਿਹੜਾ ਦੁੱਖ ਸੀ ਦੁੱਖ ਵਾਸਤੇ ਕੋਈ ਯਤਨ ਹੀ ਨਾ ਕੀਤਾ ਵੀ ਸਾਡਾ ਇਹ ਵਿਯੋਗ ਜਿਹੜਾ ਪਿਆ, ਇਹ ਵਿਯੋਗ ਖਤਮ ਹੋ ਜੇ। ਹੁਣ ਇਹਦੇ ਵਾਸਤੇ ਆਪਾਂ ਫੇਰ ਯਤਨ ਕਰਦੇ ਹਾਂ, ਜਦੋਂ ਅਸੀਂ ਸਿਮਰਨ ਕਰਦੇ, ਸਤ ਸੰਗਤ ਕਰਦੇ, ਸਾਨੂੰ ਥੋੜਾ ਮੋਟਾ ਗਿਆਨ ਹੁੰਦਾ, ਫਿਰ ਅਸੀਂ ਇਹਦੇ ਵਾਸਤੇ ਉਦਮ ਕਰਦੇ ਹਾਂ ਵੀ ਜੋ ਸਾਡਾ ਮਾਲਕ ਨਾਲੋਂ ਵਿਛੋੜਾ ਪਿਆ, ਵੀ ਅਸੀਂ ਵੀ ਪਰਮਾਤਮਾ ਨੂੰ ਮਿਲ ਲਈਏ ਤਾਂ ਕਿ ਇਹ ਸਾਡਾ ਜਿਹੜਾ ਵਿਛੋੜਾ ਦੁੱਖ ਹੈ ਸਾਡਾ ਖਤਮ ਹੋ ਜਾਏ। ਫਿਰ ਉਹਦੇ ਵਾਸਤੇ ਆਪਾਂ ਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ। ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ ਤੇ ਆਉਂਦੇ ਫਿਰ ਸਾਡੇ ਮਨ ਨੂੰ ਸੋਝੀ ਆਉਣੀ, ਤਿਉਂ-ਤਿਉਂ ਸਾਨੂੰ ਗਿਆਨ ਹੋਣਾ, ਤੇ ਆਉਂਦੇ ਸਾਡੇ ਮਨ ਦੀ ਮੈਲ ਉਤਰਨੀ। ਜਦੋਂ ਸਾਡੇ ਮਨ ਦੀ ਮੈਲ ਉਤਰੇਗੀ ਫੇਰ ਹੀ ਇਹਨੂੰ ਸਮਝ ਲੱਗਣੀ ਵੀ ਮੇਰਾ ਮਾਲਕ ਨਾਲੋਂ ਵਿਛੋੜਾ ਪਿਆ।
जद तक मन मैले मन नूं ये महसूस नहीं हुंदा भी मेरा विछोड़ा पिया पे। जद तक मन मैला मन विराग नहीं करता परमात्मा वास्ते, मैला मन नहीं ये महसूस करेगा भी मैं रब नूं भी मिलना है। जदों मन की मैल उतरेगी, मन निर्मल होएगा, फिर ये महसूस करेगा भी मैं आपदे मूल तो टुटिया हुई, परमात्मा तो विछड़िया हुई। फिर ये तड़फेगा, फिर ये विराग करेगा परमात्मा नूं मिलण वास्ते। जदों असीं विराग करांगे मालक नूं मिलण वास्ते, वो अंतरजामी उहनूं पता भी मेरा बच्चा मेरे वास्ते विराग कर रही है। तो जदों असीं उहदे वास्ते विराग करांगे उहने सानूं गल नाल ला लैणी। वो तां इन्ना दयालू कृपालू है, वो तां आपदे बच्चे नूं दुखी देख ही नहीं सकता। जिवें संसारी माँ प्यो देखो बच्चा छोटा हो गई, वो रोन लगता विराग करता, तो माँ प्यो कित्थे चलते, वो फटाफट उन्हें चक के गल नाल ला लेंदे। हालांकि आपां संसारी भी साडे विच वो हजे गुण नहीं है परमात्मा वाले भी असीं इन्ने दयालू जां कृपालू हाँ। मालक दा एडा दयालू इन्ना कृपालू है कि वो आपदे बच्चे का दुख उहदा ही नहीं देख सकता। सो इस वास्ते फिर आपां नूं कहंदे भी जदों असीं सिमरन करांगे, साडा मन निर्मल होएगा, तो फिर आपां जदों निर्मल होएगा मन, फिर ये विरागी हुंदा है। आओ हुण किवें साडे मन ने निर्मल होना, किवें असीं मन नूं धोना, उहदे वास्ते जो महाराज आपां नूं इस आसिक रस सिमरन दसदे ने। आओ सारे गुरमुख प्यारे करो जी शुरू। वाहिगुरू 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 जी का खालसा वाहिगुरू जी की फतेह। इस तरीके नाल गुरमुखो जदों आपां लगातार ये अभ्यास करते हैं, इहदे नाल फिर अपना मन शुद्ध हो जाता, साडा मन धोता जाता। जदों साडा मन धोता गया, साडा मन निर्मल हो गया, फिर इन्हें विरागी हो जाना। निर्मल मन की निशानी है फिर विरागी हो जाना।
ਜਦੋਂ ਇਹ ਵਿਰਾਗੀ ਹੋ ਗਿਆ ਫਿਰ ਇਹ ਮਾਇਆ ਨੂੰ ਛੱਡ ਦਿੰਦਾ। ਜਦ ਤੱਕ ਸਾਡੇ ਅੰਦਰ ਵਿਰਾਗ ਨਹੀਂ ਉਹਨਾਂ ਸਮਾਂ ਮਾਇਆ ਛੁੱਟਦੀ। ਮਾਇਆ ਕੀ ਇਹ ਵਿਚਾਰ ਹੋਰ ਨਹੀਂ। ਮਹਾਰਾਜ ਫਰਮਾਉਂਦੇ ਬੈਨ ਵਿਰਾਗ ਨੇ ਛੂਟ ਸਮਾਇਆ ਕਿ ਜਦ ਤੱਕ ਵਿਰਾਗੀ ਨੇ ਮਾਇਆ ਨੂੰ ਛੱਡੇ ਗਈ। ਇਹ ਵਿਰਾਗੀ ਹੋਇਆ ਹੋਇਆ ਮਾਨੀ ਜਿਹੜੇ ਬੇਨਤੀਆਂ ਕਰਦਾ ਜੋਦੜੀਆਂ ਕਰਦਾ ਜਿਸ ਵਰਤਾਏ ਮਹਾਰਾਜ ਅੱਗੇ ਫਰਮਾਉਂਦੇ ਨਾਨਕ ਕੋ ਪ੍ਰਭ ਰਾਖ ਲਿਓ ਮੇਰੇ ਸਾਹਿਬ ਬੰਦੀ ਮੋਚ। ਬਈ ਸਾਡੇ 'ਤੇ ਕਿਰਪਾ ਕਰ ਮਾਲਕਾ ਵੀ ਸਾਨੂੰ ਇਹ ਮਾਇਆ ਦੇ ਬੰਧਨਾਂ ਦੇ ਵਿੱਚੋਂ ਇਹ ਭਵ ਸਾਗਰ ਇਹ ਭਵ ਜਲ ਦੇ ਵਿੱਚੋਂ ਬਾਹਰ ਕੱਢ ਲਾ। ਸਾਨੂੰ ਇਹ ਬੰਦੀਖਾਨੇ ਵਿੱਚ ਜਿੱਥੇ ਅਕਾਲ ਨੇ ਬੰਦ ਕੀਤਾ ਹੈ ਸਾਨੂੰ ਇਹ ਬੰਦੀਖਾਨੇ ਵਿੱਚੋਂ ਬਾਹਰ ਕੱਢ ਲਾ ਭਵ ਜਲ ਦੇ ਵਿੱਚ। ਫਿਰ ਜਦੋਂ ਅਸੀਂ ਬੇਨਤੀਆਂ ਕਰਦੇ ਬੇਨਤੀਆਂ ਉਦੋਂ ਹੀ ਕਰਦੇ ਹਾਂ ਜਦੋਂ ਅਸੀਂ ਸਤ ਸੰਗਤ ਕਰਦੇ ਸਾਨੂੰ ਗਿਆਨ ਹੁੰਦਾ ਫਿਰ ਹੀ ਬੇਨਤੀਆਂ ਕਰਾਂਗੇ। ਜਦ ਤੱਕ ਜੀਵ ਨੂੰ ਗਿਆਨ ਨਹੀਂ ਸੋਝੀ ਨਹੀਂ ਉਹਨਾਂ ਸਮਾਂ ਬੇਨਤੀਆਂ ਵੀ ਨਹੀਂ ਕਰਦਾ ਵੀ ਮੈਨੂੰ ਇੱਥੋਂ ਕੱਢ ਲਓ। ਫਿਰ ਮਾਰੇ ਕਹਿੰਦੇ ਵੀ ਇਹ ਕੱਤਕ ਦੇ ਮਹੀਨੇ ਦੇ ਵਿੱਚ ਜਿਨ੍ਹਾਂ 'ਤੇ ਫਿਰ ਮਾਲਕ ਕਿਰਪਾ ਕਰਦੇ ਉਹਨਾਂ ਨੂੰ ਸਾਧ ਸੰਗਤ ਬਖਸ਼ਦੀ। ਜਦੋਂ ਸਾਨੂੰ ਸਾਧ ਸੰਗਤ ਮਿਲ ਜਾਂਦੀ ਫਿਰ ਸਾਡੀਆਂ ਸਾਰੀਆਂ ਚਿੰਤਾਵਾਂ ਸਾਡੇ ਫਿਕਰ ਸੈਂਸੇ ਖਤਮ ਹੋ ਜਾਂਦੀ। ਮਾਰੇ ਕਹਿੰਦੇ ਕੱਤਕ ਹੋਵੇ ਸਾਧ ਸੰਗ ਬੈਨਸੇ ਸਭੇ ਸੋਚ ਕਿ ਕੱਤੇ ਦੇ ਮਹੀਨੇ ਦੇ ਵਿੱਚ ਸਾਨੂੰ ਸਾਧ ਸੰਗਤ ਮਿਲ ਜੇ ਤੇ ਸਾਡੀ ਸਾਰੀ ਸੋਚ ਵਿਨਸ ਜਾਂਦੀ। ਸਾਡੀ ਚਿੰਤਾ ਫਿਕਰ ਇਹ ਸਭ ਖਤਮ ਹੋ ਜਾਂਦੇ। ਕਮਜ਼ੋਰ ਮਨ ਦੀਆਂ ਨਿਸ਼ਾਨੀਆਂ ਨੇ ਜਿਹੜੇ ਚਿੰਤਾ ਫਿਕਰ ਸਾਨੂੰ ਲੱਗੇ। ਜਦੋਂ ਸਾਨੂੰ ਸਾਧ ਸੰਗਤ ਮਿਲ ਜਾਂਦੀ ਅਸੀਂ ਸਿਮਰਨ ਕਰਦੇ ਸਾਨੂੰ ਗਿਆਨ ਹੁੰਦਾ ਗੁਰੂ ਦੀ ਮੱਤ ਮਨ ਨੂੰ ਦਿੰਦੇ ਹਾਂ ਇਹ ਸਾਡਾ ਮਨ ਇਹਨਾਂ ਰੋਗਾਂ ਤੋਂ ਬਾਹਰ ਆ ਜਾਂਦਾ। ਇਸ ਨੂੰ ਮਾਰੇ ਕਹਿੰਦੇ ਰੋਗ ਬਈ ਰੋਗ ਚੋਂ ਗੁਰੂ ਨੇ ਸਾਨੂੰ ਬਾਂਹ ਪਕੜ ਕੇ ਬਾਹਰ ਕੱਢ ਲਿਆ। ਬਾਂਹ ਪਕੜ ਰੋਗੋਂ ਕੱਢ ਲਿਆ ਵੀ ਜਿਹੜੇ ਸਾਡੇ ਮਨ ਨੂੰ ਇਹ ਰੋਗ ਲੱਗੇ ਸੀ ਇਹ ਰੋਗਾਂ ਤੋਂ ਸਾਨੂੰ ਬਾਹਰ ਕੱਢ ਲਿਆ ਬਚਾ ਲਿਆ। ਜੋ ਇਹ ਸੈਂਸੇ ਫਿਕਰ ਚਿੰਤਾਵਾਂ ਵੈਰ ਵਿਰੋਧ ਸੀ ਇਹਨਾਂ ਚੋਂ ਬਾਹਰ ਚੁੱਕ ਲਿਆ। ਸੋ ਇਸ ਵਾਸਤੇ ਹੁਣ ਆਪਾਂ ਨੂੰ ਸਮਝਾਉਂਦੇ ਵੀ ਇਹ ਗੱਚਕ ਦੇ ਮਹੀਨੇ ਵਿੱਚ ਆਪਾਂ ਨੂੰ ਜੋ ਇਹ ਸਤ ਸੰਗਤ ਮਿਲਦੀ ਹੈ ਇਹ ਮਾਲਕ ਦੀ ਕਿਰਪਾ ਪਰਮਾਤਮਾ ਦੀ ਇਹਦੀ ਆਪਾਂ ਨੂੰ ਇਹ ਸਾਧ ਸੰਗਤ ਪ੍ਰਾਪਤ ਹੁੰਦੀ ਹੈ। ਇਸ ਲਈ ਮਾਰੇ ਕਹਿੰਦੇ ਬੜ ਭਾਗੀ ਸਾਧ ਸੰਗ ਪ੍ਰਾਪਤ ਤੈਨੂੰ ਭੇਟ ਦੁਰਮਤ ਖੋਈ। ਵੀ ਵੱਡੇ ਭਾਗਾਂ ਨਾਲ ਹੀ ਸਾਧ ਸੰਗਤ ਮਿਲਦੀ ਤੇ ਇੱਥੇ ਆ ਕੇ ਸਾਡੇ ਅੰਦਰੋਂ ਦੁਰਮਤ ਦੀ ਮੈਲ ਨਿਕਲ ਜਾਂਦੀ। ਜੋ ਇਹ ਸਾਡੇ ਮਨ ਤੇ ਮੈਲ ਚੜੀ ਹੁੰਦੀ ਮੈਲ ਸਾਡੀ ਖਤਮ ਹੋ ਜਾਂਦੀ। ਸੋ ਇਹ ਆਪਾਂ ਨੂੰ ਸਤਿਗੁਰਾਂ ਨੇ ਅੱਜ ਦੇ ਮਹੀਨੇ ਦੇ ਵਿੱਚ ਜੋ ਉਪਦੇਸ਼ ਦਿੱਤਾ ਵੀ ਜੋ ਇਹ ਸਾਡੇ ਮਨ ਨੂੰ ਹੁਣ ਰੋਗ ਲੱਗੀ ਜੋ ਇਹ ਸਾਡੇ ਮਨ ਨੂੰ ਵਿਯੋਗ ਲੱਗਿਆ ਇਹਦੇ ਵਿੱਚ ਫਿਰ ਆਪਾਂ ਨੂੰ ਦੱਸਿਆ ਵੀ ਹੋਰ ਨਹੀਂ ਅਸੀਂ ਕਿਸੇ ਨੂੰ ਦੋਸ਼ ਦੇਣਾ ਇਹ ਦੋਸ਼ ਆਪਣਾ। ਜੇ ਆਪਣਾ ਮਨ ਸ਼ਾਂਤ ਹੁੰਦਾ ਤੇ ਤੁਸੀਂ ਸਿਮਰਨ ਕਰਕੇ ਆਪਦੇ ਅੰਤਰਮੁਖੀ ਹੋ ਅੰਦਰੋਂ ਦੇਖਣਾ ਵੀ ਦੁੱਖ ਦਾ ਕਾਰਨ ਕੀ। ਦੁੱਖ ਦਾ ਕਾਰਨ ਸਾਡੇ ਅੰਦਰ। ਅਸੀਂ ਜਦੋਂ ਬਾਹਰ ਮੁਖੀ ਹੁੰਦੇ ਅਸੀਂ ਹੋਰਾਂ ਨੂੰ ਦੁੱਖ ਦਾ ਕਾਰਨ ਸਮਝ ਲੈਂਦੇ ਵੀ ਫਲਾਣੇ ਕਰਕੇ ਅਸੀਂ ਦੁਖੀ। ਤੇ ਜਦੋਂ ਅਸੀਂ ਹੋਰ ਨੂੰ ਦੁੱਖ ਦਾ ਕਾਰਨ ਮੰਨ ਲਿਆ ਤੇ ਫਿਰ ਜਿਹੜਾ ਅਸਲ ਦੁੱਖ ਸਾਡੇ ਅੰਦਰ ਉਹਦਾ ਸਾਨੂੰ ਭੇਦ ਨਹੀਂ ਆਉਣਾ। ਅਸੀਂ ਭਰਮ 'ਚ ਪੈ ਜਾਣਾ ਫਿਰ ਉਹ ਦੁੱਖ ਸਾਡਾ ਮਿਟਣਾ ਕਿਉਂਕਿ ਦੁੱਖ ਤਾਂ ਅੰਦਰ ਸੀ ਦਾਰੂ ਅੰਦਰੋਂ ਲਾਉਣਾ ਸੀ ਉਹ ਅਸੀਂ ਬਾਹਰ ਮੰਨ ਲਿਆ ਦੁੱਖ ਦਾ ਕਾਰਨ ਤੇ ਫਿਰ ਅਸੀਂ ਸਾਡਾ ਰੋਗ ਤਾਂ ਖਤਮ ਹੀ ਨਾ ਹੋਇਆ ਕਿਉਂਕਿ ਉਹ ਤਾਂ ਅਸੀਂ ਭਰਮ 'ਚ ਪੈ ਗਏ। ਰੋਗ ਕਿਤੇ ਹੋਰ ਸੀ ਅਸੀਂ ਕਿਸੇ ਹੋਰ ਸਮਝ ਲਏ। ਦੁੱਖ ਕਿਤੇ ਹੋਰ ਸੀ ਅਸੀਂ ਦੁੱਖ ਦਾ ਕਾਰਨ ਕਿਤੇ ਹੋਰ ਸਮਝ ਲਏ।
ਵੀ ਉਹ ਜਦੋਂ ਅਸੀਂ ਕਾਰਨ ਕੋਈ ਹੋਰ ਸਮਝ ਲਿਆ ਫਿਰ ਸਾਡਾ ਦੁੱਖ ਹੋਰ ਵੱਧ ਜਾਂਦਾ, ਕਿਉਂਕਿ ਜਿੱਥੇ ਰੋਗ ਆ ਉਹ ਸਾਡੇ ਅੰਦਰ ਆ, ਉਹਨੂੰ ਅਸੀਂ ਦਾਰੂ ਨਾਲ ਲਾਇਆ ਤੇ ਉਹ ਰੋਗ ਹੋਰ ਵੱਧ ਜਾਣ, ਘਟਣ ਦੀ ਬਜਾਏ ਉਹ ਹੋਰ ਵੱਧ ਜੇ। ਇਹੋ ਕਾਰਨ ਸੰਸਾਰ ਦੇ ਵਿੱਚ ਵੀ ਜੀਵ ਦਾ ਰੋਗ ਘਟਦਾ ਨਹੀਂ, ਉਹ ਵੱਧਦਾ ਜਾਂਦਾ, ਕਿਉਂਕਿ ਉਹਨੇ ਦੁੱਖ ਦਾ ਕਾਰਨ ਕਿਸੇ ਹੋਰ ਨੂੰ ਮੰਨਿਆ। ਮਨ ਹੈ ਜਿਹੜਾ ਉਹ ਆਪਦਾ ਦੋਸ਼ ਨਹੀਂ ਮੰਨਦਾ, ਦੋਸ਼ ਦੂਜੇ ਨੂੰ ਦਿੰਦਾ। ਜਿਵੇਂ ਸੰਸਾਰ 'ਚ ਆਪਾਂ ਆਮ ਵੀ ਦੇਖਦੇ ਵੀ ਕੋਈ ਵੀ ਜੀਵ ਜਿਹੜਾ ਉਹ ਆਪਦੇ ਆਪ ਨੂੰ ਕਹਿੰਦਾ ਵੀ ਮੈਂਓ ਠੀਕ ਆ, ਵੀ ਦੂਜਾ ਹੀ ਗਲਤ, ਉਹ ਮੰਨਣ 'ਚ ਵੀ ਨਹੀਂ ਆਉਂਦਾ। ਜਿਹਦੇ ਅੰਦਰ ਹਉਮੈ ਹੰਕਾਰ ਉਹ ਤਾਂ ਹੀ ਨਹੀਂ ਮੰਨਦਾ, ਉਹ ਕਹਿੰਦਾ ਜੋ ਮੈਂ ਕਹਿ ਰਿਹਾ ਮੈਂ ਹੀ ਠੀਕ ਹਾਂ, ਦੂਸਰਾ ਹੀ ਗਲਤ ਹੈ। ਉਹ ਇਸੇ ਤਰ੍ਹਾਂ ਹੀ ਫਿਰ ਇਹ ਮਨ ਜਦੋਂ ਮਨਮੁਖ ਹੋਇਆ ਹੁੰਦਾ ਫਿਰ ਇਹ ਆਪਦਾ ਦੋਸ਼ ਨਹੀਂ ਮੰਨਦਾ, ਇਹ ਦੂਜਿਆਂ ਨੂੰ ਦੋਸ਼ ਦੇਈ ਜਾਂਦਾ, ਹੋਰਾਂ ਦਾ ਦੋਸ਼ ਕੱਢੀ ਜਾਂਦਾ। ਤੇ ਇਸ ਕਰਕੇ ਮਾਰੇ ਕਹਿੰਦੇ ਦੱਦਾ ਦੋਸ਼ ਨਾ ਦੇਵੋ ਕਿਸੇ, ਦੋਸ਼ ਕਰਮ ਆਪਣੇ, ਵੀ ਹੋਰ ਨਹੀਂ ਕਿਸੇ ਦਾ, ਆਪਦਾ ਹੀ ਹੈ ਕਰਮਾਂ ਦਾ। ਤੇ ਕਰਮ ਕੀ ਸਾਡੇ, ਜਿਹਦਾ ਅਸੀਂ ਸਿਮਰਨ ਕਰਾਂਗੇ ਸਾਡੇ ਕਰਮ ਚੰਗੇ ਬਣ ਜਾਣ, ਜੇ ਅਸੀਂ ਵੈਰ ਵਿਰੋਧ ਕਰਾਂਗੇ ਸਹਿੰਸੇ ਫਿਕਰ ਕਰਾਂਗੇ ਉਹ ਕਰਮ ਮਾੜੇ ਹੋ ਗਏ। ਸੋ ਇਹੋ ਕਰਮ ਨੇ, ਵਿਚਾਰ ਇਹਨਾਂ ਨੂੰ ਕਰਮ ਕਹਿੰਦੇ ਨੇ। ਉਹ ਇਸ ਵਾਸਤੇ ਹੁਣ ਇਹ ਆਪਾਂ ਕਰਮਾਂ ਨੂੰ ਚੰਗੇ ਬਣਾਉਣ ਵਾਸਤੇ ਵੱਧ ਤੋਂ ਵੱਧ ਹੀ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹਨਾ, ਪੜ੍ਹ ਕੇ ਵਿਚਾਰਨਾ, ਤੇ ਵੱਧ ਤੋਂ ਵੱਧ ਹੀ ਆਪਾਂ ਸਾਧ ਸੰਗਤ ਕਰਨੀ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਕਿ ਜੋ ਸਾਡੇ ਮਨ ਨੂੰ ਇਹ ਦੁੱਖ ਲੱਗੇ, ਜੋ ਰੋਗ ਲੱਗੇ, ਕਿਵੇਂ ਰੋਗ ਠੀਕ ਹੋਣੇ, ਕਿਵੇਂ ਅਸੀਂ ਸਤਿਗੁਰਾਂ ਦੀ ਸ਼ਰਨ 'ਚ ਜਾਣਾ, ਸਾਡੇ ਅੰਦਰ ਵੈਦ ਬੈਠੇ, ਉਹ ਸਾਰਾ ਗੁਰਮੁਖਾਂ ਨੇ ਆਪਾਂ ਨੂੰ ਬੜਾ ਸੌਖਾ ਕਰਕੇ ਭੇਦ ਦਿੱਤਾ। ਤੇ ਆਪਾਂ ਵੀ ਇਹ ਭੇਦ ਲੈ ਕੇ ਆਪਦੇ ਜੀਵਨ ਦਾ ਜੋ ਲਾਹਾ ਉਹ ਆਪਾਂ ਲਾਹਾ ਕੱਟਣਾ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਜੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ